ਮੇਰੇ ਵੱਲੋਂ ਸਭ ਭੈਣ ਭਾਈਆਂ ਨੂੰ ਸਲਾਮ ਹੋਵੇ, ਜਾਤਕਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦੀ ਗੱਲ ਦੇ ਨਾਲ ਨਾਸਰ ਜਮੀਲ ਹਾਜ਼ਰ ਖਿਦਮਤ ਹੈ। ਔਰ ਅੱਜ ਦੀ ਗੱਲ ਜਿਹੜੀ ਹੈ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਨੈਸ਼ਨਲ ਨਿਊਜ਼ ਜਿਹੜਾ ਹੈ ਉਹ ਜਿਹੜੇ ਨੈਸ਼ਨਲ ਇਸ਼ੂਜ਼ ਨੇ ਖਾਸ ਤੌਰ ਤੇ ਜਿਹੜੀ ਸਾਡੀ ਮਾਈਨੋਰਿਟੀ ਯਾਨੀ ਸਾਡੇ ਜਿਹੜੇ ਅਕਲੀਤਾਂ ਦੇ ਮਸਾਇਲ ਨੇ, ਅਸੀਂ ਉਹਨਾਂ ਨੂੰ ਜ਼ਿਆਦਾ ਫੋਕਸ ਕਰਦੇ ਹਾਂ। ਔਰ ਸਾਡੇ ਕੋਲ ਅੱਜ ਜਿਹੜੇ ਐਸੇ ਮੁਜਾਹਿਦੀਨ ਜਿਹੜੇ ਨੈਸ਼ਨਲ ਇਸ਼ੂਜ਼ ਦੇ ਉੱਤੇ ਨਾ ਸਿਰਫ ਖੁੱਲ੍ਹ ਡੁੱਲ ਕੇ ਗੱਲ ਕਰਦੇ ਨੇ ਪਰ ਉਹਦੇ 'ਤੇ ਕੰਮ ਵੀ ਕਰਦੇ ਪਏ ਹਨ। ਅਸੀਂ ਮੁਖਤਲਿਫ ਜਗ੍ਹਾ ਤੋਂ ਔਰ ਮੁਖਤਲਿਫ ਜਮਾਇਤਾਂ ਦੇ ਜਿਹੜੇ ਹੈਡਸ ਨੇ ਔਰ ਉਹਨਾਂ ਦੀ ਜਿਹੜੀ ਟੀਮਾਂ ਨੇ ਉਹਨਾਂ ਨੂੰ ਬੁਲਾਉਂਦੇ ਹਾਂ ਤਾਂ ਜੋ ਹਰ ਪੱਖ ਦੀ ਗੱਲ ਜਿਹੜੀ ਹੈ ਉਹ ਪ੍ਰੋਪਰ ਤਰੀਕੇ ਨਾਲ ਸੁਣੀ ਜਾ ਸਕੇ। ਅੱਜ ਸਾਡੇ ਸਟੂਡੀਓਜ਼ ਦੇ ਵਿੱਚ ਤਸ਼ਰੀਫ ਰੱਖਦੇ ਨੇ ਸਾਡੇ ਨਾਲ ਲਾਲਾ ਰੋਬਨ ਜੀ ਔਰ ਮਨਜ਼ੂਰ ਗਿੱਲ ਸਾਹਿਬ। ਤੁਸੀਂ ਜਿਹੜੇ ਹੋ ਸਾਡੀ ਬੇਟੀ ਸਾਡੀ ਇੱਜ਼ਤ ਯਾਨੀ ਸਾਡੀਆਂ ਧੀਆਂ ਸਾਡੀਆਂ ਇੱਜ਼ਤਾਂ ਨੇ। ਇਸ ਸਲੋਗਨ ਦੇ ਨਾਲ ਆਪਣੀ ਜਮਾਤ, ਇਹੋ ਹੀ ਇਹਨਾਂ ਦੀ ਜਮਾਤ ਦਾ ਨਾਂ ਹੈ ਔਰ ਇਹੀ ਇਹਨਾਂ ਦਾ ਸਲੋਗਨ ਹੈ, ਯਾਨੀ ਇਹੋ ਹੀ ਇਹਨਾਂ ਦਾ ਕਹਿਣਾ ਹੈ ਤੇ ਇਹੋ ਹੀ ਇਹਨਾਂ ਦਾ ਕਰਨਾ ਹੈ। ਸੋ ਇਹਨਾਂ ਦੇ ਕਾਲ ਤੇ ਫੇਲ 'ਚ ਕਿਉਂ ਜੋ ਤਜ਼ਾਦ ਨਹੀਂ ਹੈ, ਸੋ ਇਹਨਾਂ ਨੇ ਆਪਣੀ ਆਰਗੇਨਾਈਜੇਸ਼ਨ ਦਾ ਵੀ ਨਾਂ ਇਹੋ ਹੀ ਰੱਖਿਆ ਹੋਇਆ ਹੈ। ਇਹ ਜਿਹੜੀ ਸਾਡੀਆਂ ਧੀਆਂ ਦੀਆਂ ਚੁੰਨੀਆਂ ਨੇ ਇਹ ਉਹਨਾਂ ਦੇ ਰਾਖੇ ਨੇ। ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਵੀ ਹਾਂ ਵੀ ਇਹਨਾਂ ਨੇ ਆਪਣਾ ਜਿਹੜਾ ਵੇਲਾ ਹੈ ਉਹ ਭੰਨ ਕੇ ਸਾਡੇ ਲਈ ਆਏ ਹਨ। ਪਰ ਨਾਲ ਹੀ ਨਾਲ ਅਸੀਂ ਸਮਝਦੇ ਹਾਂ ਵੀ ਇਹ ਨੈਸ਼ਨਲ ਨਿਊਜ਼ ਦੀ ਜਿਹੜੀ ਹੈ ਜ਼ਿੰਮੇਦਾਰੀ ਵੀ ਹੈ ਕਿ ਅਸੀਂ ਇਹੋ ਜਿਹੇ ਜੀਆਂ ਨੂੰ ਇੱਥੇ ਬੁਲਾਉਂਦੇ ਰਹੀਏ ਤਾਂ ਜੋ ਹੱਕ ਤੇ ਸੱਚ ਦੀ ਆਵਾਜ਼ ਜਿਹੜੀ ਹੈ ਔਰ ਖ਼ਾਸ ਤੌਰ ਤੇ ਪਾਕਿਸਤਾਨ 'ਚ ਜਿਹੜੀਆਂ ਵਸਣ ਵਾਲੀਆਂ ਅਕਲੀਤਾਂ ਨੇ ਉਹਨਾਂ ਦੀ ਕਾਨੂੰਨੀ, ਇਖਲਾਕੀ ਔਰ ਸਮਾਜੀ ਹਾਲਤ ਜਿਹੜੀ ਹੈ ਉਹ ਤੁਹਾਡੇ ਤੱਕ ਮੁਕੰਮਲ ਅੱਛੇ ਔਰ ਜਿਹੜੀ ਸੱਚੇ ਤਰੀਕੇ ਨਾਲ ਹੈ ਉਹ ਪਹੁੰਚਦੀ ਰਹੇ। ਸੋ ਅੱਜ ਅਸੀਂ ਗੱਲ ਕਰਾਂਗੇ ਲਾਲਾ ਰੋਬਨ ਨਾਲ ਔਰ ਮਨਜ਼ੂਰ ਗਿੱਲ ਸਾਹਿਬ ਨਾਲ ਕਿ ਉਹ ਜਿਹੜਾ ਸਾਡੀ ਬੇਟੀ ਸਾਡੀ ਇੱਜ਼ਤ ਜਿਹੜੀ ਹੈ ਉਹਦੇ ਬਾਰੇ ਕੀ ਸੋਚਦੇ ਨੇ, ਕੀ ਕਰਦੇ ਨੇ, ਕਿਸ ਤਰ੍ਹਾਂ ਕਰਦੇ ਨੇ ਔਰ ਉਹਨਾਂ ਦੀ ਅਚੀਵਮੈਂਟਸ ਕੀ ਨੇ। ਲਾਲਾ ਰੋਬਨ ਔਰ ਮਨਜ਼ੂਰ ਐਂਥਨੀ ਗਿੱਲ ਸਾਹਿਬ, ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ 'ਚ ਜੀ ਆਇਆਂ ਨੂੰ ਆਖਦੇ ਹਾਂ ਔਰ ਅਸੀਂ ਤੁਹਾਡੇ ਸੱਚੀ ਮੁੱਚੀ ਬੜੇ ਸ਼ੁਕਰਗੁਜ਼ਾਰ ਹਾਂ ਕਿਉਂ ਜੋ ਤੁਸੀਂ ਆਪਣਾ ਵਕਤ ਕੱਢ ਕੇ ਆਏ ਹੋ। ਲਾਲਾ ਜੀ, ਸਭ ਤੋਂ ਪਹਿਲਾਂ ਤੇ ਮੈਨੂੰ ਜ਼ਰਾ ਆਪਣੀ ਜਿਹੜੀ ਤੁਹਾਡੀ ਜਿੱਦੋਜਹਿਦ ਹੈ ਤੁਸੀਂ ਕਦੋਂ ਸ਼ੁਰੂ ਕੀਤੀ, ਕਿਉਂ ਸ਼ੁਰੂ ਕੀਤੀ ਔਰ ਅੱਜ ਤੱਕ ਤੁਸੀਂ ਕਿਸ ਤਰ੍ਹਾਂ ਕਰਦੇ ਆ ਰਹੇ ਹੋ, ਕਿਹੜੀਆਂ ਜਮਾਤਾਂ ਦੇ ਨਾਲ ਤੁਸੀਂ ਸਪੋਰਟ ਕੀਤਾ ਜਾਂ ਕਿਹੜੀਆਂ ਜਮਾਤਾਂ ਨੂੰ ਤੁਸੀਂ ਨਾਲ ਲੈ ਕੇ ਚੱਲ ਰਹੇ ਹੋ, ਜ਼ਰਾ ਪਲੀਜ਼ ਦੱਸਿਆ ਜੀ। ਮੇਰੀ ਤੇ ਜਦੋਜਹਿਦ ਦਾ ਆਗਾਜ਼ ਜਿਹੜਾ ਵੇ 1985 ਤੋਂ, ਤੇ ਅਸੀਂ ਇੱਕ ਜੁਆਇੰਟ ਬਣਾਇਆ ਸੀ ਕ੍ਰਿਸਚਨ ਲਿਬਰੇਸ਼ਨ ਫਰੰਟ, ਜਿਸ 'ਚ ਸ਼ਬਾਜ਼ ਭੱਟੀ ਸਾਹਿਬ ਸਨ, ਹੋਰ ਸਾਡੇ ਕਾਫੀ ਦੋਸਤ ਸਨ। ਤੇ ਉਦੋਂ ਦੀ ਇੱਕ ਜਦੋਜਹਿਦ ਨੂੰ ਅਸੀਂ ਅੱਗੇ ਲੈ ਕੇ ਚੱਲੇ। ਉਹਦੇ ਵਿੱਚ ਵੱਡੀ ਗੱਲ, ਅਸੀਂ ਉਦੋਂ ਜਵਾਨ ਹੀ ਹੁੰਦੇ ਸਾਂ, ਕਾਲਜ 'ਚ ਪੜ੍ਹਦੇ ਸਾਂ। ਉਦੋਂ ਦੀ ਗੱਲ ਅਸੀਂ ਕਹਿੰਦੇ ਸਾਂ ਕਿ 5% ਕੋਟਾ ਜਿਹੜਾ ਨਾ ਇਹ ਸਾਡੀ ਕਮਿਊਨਿਟੀ ਨੂੰ ਉੱਤੇ ਚੁੱਕੇਗਾ। ਫਿਰ ਸੈਨੇਟ 'ਚ ਨੁਮਾਇੰਦਗੀ ਨਹੀਂ ਸੀ, ਫਿਰ ਉਹ ਸੈਨੇਟ 'ਚ ਨੁਮਾਇੰਦਗੀ ਬਾਰੇ ਅਸੀਂ ਸੋਚਦੇ ਹੁੰਦੇ ਸਾਂ। ਅਤੇ ਸ਼ਬਾਜ਼ ਭੱਟੀ ਸਾਹਿਬ ਜਦੋਂ ਬਣੇ ਆਪਣਾ ਵਜ਼ੀਰ, ਅਤੇ ਉਹਨਾਂ ਨੇ ਦੋਵੇਂ ਚੀਜ਼ਾਂ ਕੀਤੀਆਂ। ਅਤੇ ਉਸ ਤੋਂ ਬਾਅਦ ਅਸੀਂ ਉਦੋਂ ਹੀ ਇੱਕ ਤਹਿਰੀਕ ਸਾਂ, ਅਤੇ ਉਸ ਤੋਂ ਬਾਅਦ ਅਸੀਂ ਚੱਲਦੇ ਰਹੇ। ਫਿਰ ਮੇਰਾ ਉਹਨਾਂ ਦਾ ਇਖਤਲਾਫ ਹੀ ਹੋ ਗਿਆ ਵਿੱਚ ਜੇ ਕਰਕੇ, ਅਤੇ ਅਲੱਗਾ ਹੋ ਗਏ ਅਸੀਂ। ਲੇਕਿਨ ਗੱਲ ਇਹ ਹੈ ਕਿ ਉਹ ਜਿਹੜਾ ਸੀ ਨਾ ਆਪਣਾ ਇੱਕ ਜਨੂੰਨ ਕਮਿਊਨਿਟੀ ਦੇ ਬਾਰੇ ਕਿ ਵੀ ਕਮਿਊਨਿਟੀ ਲਈ ਕੁਛ ਕਰਨਾ ਹੈ। ਅੱਛਾ, ਕੁਛ ਕਰਨ ਦਾ ਮਤਲਬ ਮੁਰਾਦ ਇਹ ਹੈ ਜੋ ਅਸੀਂ ਬਤੌਰ ਇੱਕ ਸਿਆਸੀ ਕਾਰਕੁਨ ਸਮਝਦੇ ਹਾਂ ਕਿ ਜਿੰਨੀ ਦੇਰ ਤੱਕ ਆਈਨ ਤੇ ਕਾਨੂੰਨ ਨੂੰ ਨਾ ਸਮਝਿਆ ਗਿਆ, ਉਹ 'ਚ ਦਰੁਸਤਗੀਆਂ ਨਾ ਆਈਆਂ, ਉਨੀ ਦੇਰ ਤੱਕ ਅਸੀਂ ਜਿਹੜਾ ਨਾ ਸਾਡੇ 'ਚ ਦਰੁਸਤਗੀ ਨਹੀਂ ਆ ਸਕਦੀ। ਆਈਨ ਜਿਹੜਾ ਵੇ ਉਹ ਜਿਹੜੇ ਉਹ ਵਾਅਦੇ ਕਰਦਾ ਵੇ, ਠੀਕ ਹੈ ਨਾ, ਉਹਨਾਂ ਨੂੰ ਪੂਰਾ ਕਰਨਾ ਹੈ ਹੁਕਮਰਾਨਾਂ ਨੇ, ਠੀਕ ਹੈ ਨਾ। ਅਤੇ ਅਸੀਂ ਲੱਗੇ ਇਸ ਗੱਲ 'ਤੇ ਰਹੇ ਹਾਂ ਕਿ ਆਈਨ ਤਾਂ ਬਣ ਗਿਆ ਔਰ ਆਈਨ ਨੇ ਜਿਹੜੇ ਆਮ ਆਵਾਮ ਨਾਲ ਗੱਲ ਕੀਤੀ ਹੈ ਨਾ, ਉਹਦੇ ਵਿੱਚ ਸਾਨੂੰ ਮਖਸੂਸ ਕਰਕੇ ਕਰ ਦਿੱਤੀ, ਠੀਕ ਹੈ ਨਾ, ਜਿਹਦੀ ਵਜ੍ਹਾ ਨਾਲ ਅਸੀਂ ਅੱਜ ਦੇ ਦਿਨ ਤੱਕ ਰੁਲਦੇ ਪਏ ਹਾਂ। ਫਿਰ ਜਨਾਬ ਆਪਣਾ SP ਸਿੰਘਾ ਸਾਹਿਬ ਨੂੰ ਕਿੱਥੋਂ ਲੱਭੀਏ। ਮੈਂ ਤੁਹਾਨੂੰ 3 ਚੀਜ਼ਾਂ ਦੱਸਣਾ ਵਾ ਕਿ ਲਾਹੌਰ ਦਾ 1946 ਦੇ ਵਿੱਚ ਜਿਹੜਾ ਮਿਊਨਸਿਪਲ ਕਾਰਪੋਰੇਸ਼ਨ ਦਾ ਇਲੈਕਸ਼ਨ ਆ, ਉਹਦੇ 'ਚ ਵੀ ਯੂਨੀਅਨਿਸਟ ਪਾਰਟੀ ਦੇ ਮੁਸਲਮਾਨ ਅਰਕਾਨ ਜਿਹੜੇ ਸਨ ਉਹ ਛੱਡ ਕੇ ਜਨਾਬ ਆਪਣਾ ਚਲੇ ਗਏ ਕਾਂਗਰਸ ਨਾਲ, ਠੀਕ ਹੈ। ਅਤੇ ਇੱਥੇ ਵੀ 2 ਹਿੰਦੂ ਸ਼ਡਿਊਲ ਕਾਸਟ ਅਤੇ ਇੱਕ ਮਸੀਹੀ ਨੇ ਲਾਹੌਰ ਦਾ ਇਲੈਕਸ਼ਨ ਜਿਤਵਾਇਆ ਕਾਇਦ ਆਜ਼ਮ ਸਾਹਿਬ ਨੂੰ, ਇਹਦਾ ਮੇਅਰ ਦਾ। ਅੱਛਾ, ਉਸ ਤੋਂ ਬਾਅਦ ਅਸੀਂ ਜਿਸ ਤਰ੍ਹਾਂ ਗੱਲ ਕਰਨੇ ਹਾਂ ਕਿ ਪੰਜਾਬ ਦੀ ਤਕਸੀਮ ਦੇ ਹਵਾਲੇ ਨਾਲ, ਉਹ ਸਾਰੇ ਜਾਣਦੇ ਹੀ ਨੇ, ਠੀਕ ਹੈ ਨਾ, ਕਿ ਉਹਦੇ 'ਚ ਸਾਡਾ ਬੜਾ ਵੱਡਾ ਰੋਲ। ਫਿਰ ਇੱਕ ਹੋਰ ਤੁਹਾਨੂੰ ਨਵੀਂ ਗੱਲ ਦੱਸਾਂ ਜਿਹੜੀ ਮਤਲਬ ਕਿ ਆਮ ਡਿਸਕਸ਼ਨ ਨਹੀਂ ਹੁੰਦੀ ਕਿ ਕਸ਼ਮੀਰ ਜਿਹੜਾ ਨਾ ਉਹਦੇ ਵੱਲ ਵੀ ਧਿਆਨ ਪਵਾਉਣ ਵਾਲੇ ਅਸੀਂ ਹਾਂ,
ਸਹੀ ਜਿਹੜਾ ਪਾਕਿਸਤਾਨ ਦਾ ਪਹਿਲਾ ਸੀ ਆਪਣਾ ਚੀਫ ਆਫ ਆਰਮੀ ਸਟਾਫ ਜੀ ਜਨਰਲ ਆਪਣਾ ਫਰੈਂਕ, ਜੀ ਠੀਕ ਹੈ, ਜੀ ਜੀ ਉਹਨਾਂ ਨੇ ਪਲੈਨਿੰਗ ਕੀਤੀ ਤੇ ਪਲੈਨਿੰਗ ਕਰਕੇ ਆਪਣਾ ਜਿਹੜੇ ਕਬਾਇਲੀ ਸਨ ਜੀ ਇਹਨਾਂ ਨੂੰ ਇਕੱਠਿਆਂ ਕੀਤਾ ਤੇ ਜਾ ਕੇ ਜਨਾਬ ਕਸ਼ਮੀਰ 'ਚ ਚੜਾ ਦਿੱਤਾ ਔਰ ਇਹ ਸ੍ਰੀਨਗਰ ਤੱਕ ਚਲੇ ਗਏ। ਜੀ ਅੱਛਾ, ਪਹਿਲੀ ਦਫਾ ਜਿਹੜਾ ਯੂਨਾਈਟਿਡ ਨੇਸ਼ਨ ਦੇ ਵਿੱਚ ਕਸ਼ਮੀਰ ਦਾ ਇਸ਼ੂ ਗਿਆ ਨਾ, ਜੀ ਉਹ ਜਨਾਬ ਜਨਰਲ ਫਰੈਂਕ ਦੀ ਵਜ੍ਹਾ ਨਾਲ ਗਿਆ। ਅਸੀਂ ਆਮ ਆ ਐਕਚੁਅਲ ਨਾ ਸਾਨੂੰ ਪਾਕਿਸਤਾਨ 'ਚ ਸਮਝਿਆ ਜਾ ਰਿਹਾ ਔਰ ਖਾਸ ਕਰ ਪੰਜਾਬ ਦੇ ਵਿੱਚ ਕਿ ਅਸੀਂ ਜਿਵੇਂ ਉੱਗੇ ਨਹੀਂ, ਐਵੇਂ ਸਾਡੇ ਤੇ ਤਰਸ ਖਾਈ ਜਾਣਗੇ ਕਿ ਅਸੀਂ ਸ਼ਹਿਰੀ ਨਹੀਂ ਹੈਗੇ, ਠੀਕ ਹੈ ਨਾ। ਤੇ ਅਸੀਂ ਇਹਨਾਂ ਨੂੰ ਕਹਿ ਮਰ ਗਏ ਆ, ਲੇਕਿਨ ਪੰਜਾਬ 'ਚ ਤਬਦੀਲੀ ਦੇ ਹੁਣ ਦੇਖੋ ਨਾ, ਸਿੰਧ 'ਚ ਹਿੰਦੂ ਨੇ ਜੀ, ਠੀਕ ਹੈ, ਉਹਨਾਂ ਦਾ ਮਜ਼ਾ ਇਹ ਹੈ ਕਿ ਸਿੰਧੀ ਉਹਨਾਂ ਨੂੰ ਬਤੌਰ ਸਿੰਧੀ ਕਬੂਲ ਕਰਦੇ ਨੇ ਜੀ ਬਿਲਕੁਲ, ਠੀਕ ਹੈ ਨਾ। ਸਾਡੀ ਇੱਥੇ ਕਬੂਲੀਅਤ ਕੋ ਨਹੀਂ, ਕਬੂਲੀਅਤ ਇਸ ਲਈ ਕੋ ਨਹੀਂ ਕਿ ਕੋਈ ਇਸ ਗੱਲ ਨੂੰ ਮੰਨਣ ਲਈ ਤਿਆਰ ਹੀ ਨਹੀਂ ਹੈਗਾ, ਠੀਕ ਹੈ ਨਾ। ਕਿਤੇ ਕਿਤੇ ਟਾਵਾਂ ਤੇ ਗੱਲ ਹੁੰਦੀ ਹੈ, ਕਿਤੇ ਕੋਈ 11 ਅਗਸਤ ਆ ਗਿਆ, 14 ਅਗਸਤ ਆ ਗਿਆ ਜਨਾਬ, ਕਿ ਸਾਡੀ ਸ਼ਰਾਕਤਦਾਰੀ ਹੈ ਪੰਜਾਬ ਦੀ ਬਣਾਉਣ ਲਈ, ਪਾਕਿਸਤਾਨ ਬਣਾਉਣ ਲਈ ਸਾਡੀ ਸ਼ਰਾਕਤਦਾਰੀ ਹੈ, ਠੀਕ ਹੈ ਨਾ। ਫਿਰ ਵਿੱਚ ਹੁਣ ਭੁੱਟੋ ਸਾਹਿਬ ਨੇ 1973 ਦਾ ਆਇਨ ਬਣਾਇਆ ਔਰ ਉਹਦੇ 'ਚ ਬੇੜਾ ਹੀ ਗਰਕ ਹੋ ਗਿਆ, ਠੀਕ ਹੈ। ਔਰ ਦੇਖੋ ਐਸਾ ਆਇਨ ਜਿਹੜਾ ਸਿਰਫ ਇੱਕ ਕਮਿਊਨਿਟੀ ਤੋਂ ਸ਼ੁਰੂ ਕਰਦਾ, ਉਹਦੇ ਤੇ ਖਤਮ ਕਰ ਦਿੰਦਾ, ਠੀਕ ਹੈ ਨਾ। ਹਾਲਾਂਕਿ ਗਰਾਊਂਡ ਰਿਐਲਿਟੀ ਜਿਹੜੀਆਂ ਨੇ ਹੋਰ ਨੇ। ਕਾਇਦ ਆਜ਼ਮ ਸਾਹਿਬ, ਅਸੀਂ ਕਈ ਵਾਰੀ ਕਹਿੰਦੇ ਨਾ 2 ਕੌਮੀ ਨਜ਼ਰੀਆ, ਹੁਣ ਤੁਸੀਂ ਮੈਨੂੰ ਦੱਸੋ ਕਿ ਜੇ 2 ਕੌਮੀ ਨਜ਼ਰੀਆ ਹੁੰਦਾ ਤੇ ਯੂਨੀਅਨਿਸਟ ਪਾਰਟੀ ਨੂੰ ਕੀ ਲੋੜ ਸੀ ਛੱਡ ਕੇ ਜਾਣ ਦੀ ਤੇ ਕਾਂਗਰਸ ਨਾਲ ਜਾ ਕੇ ਮਿਲੀ, ਠੀਕ ਹੈ ਨਾ। ਅਸੀਂ ਪੰਜਾਬ ਦੇ ਮਸੀਹ ਤੇ ਅਸੀਂ ਹਿੰਦੁਸਤਾਨ ਨਾਲ ਵੀ ਫੱਡਾ ਲਾ ਕੇ ਬਹਿ ਗਏ, ਠੀਕ ਹੈ ਨਾ। ਹੁਣ ਅਸੀਂ ਇੱਧਰ ਤੇ ਕਾਇਦ ਆਜ਼ਮ ਨੇ ਕਿਹਾ, ਉਹਨਾਂ ਨੇ ਕਿਹਾ ਜੀ ਅੱਜ ਮਸੀਹਾਂ ਦੀ ਮੈਨੂੰ ਲੋੜ ਹੈ, ਹੈ। ਔਰ ਅਗਰ ਅੱਜ ਮਸੀਹ ਜਿਹੜੇ ਨੇ ਪਾਕਿਸਤਾਨ ਬਣਾਉਣ 'ਚ ਮੇਰਾ ਸਾਥ ਦਿੰਦੇ ਨੇ ਨਾ, ਤੇ ਨਾ ਸਿਰਫ ਪਾਕਿਸਤਾਨ ਦੇ ਮੁਸਲਮਾਨ ਬਲਕਿ ਪੂਰੀ ਜਿਹੜੀ ਹੈ ਨਾ ਆਪਣਾ ਪੂਰੀ ਦੁਨੀਆ ਦੇ ਮੁਸਲਮਾਨ ਜਿਹੜੇ ਨੇ ਉਹ ਤੁਹਾਡੇ ਜਿਹੜੇ ਨੇ ਸ਼ੁਕਰਗੁਜ਼ਾਰ ਰਹਿਣਗੇ। ਲਾਲਾ ਜੀ ਇਹ ਗੱਲ ਬਹੁਤ ਅੱਛੀ ਹੈ, ਤੁਸੀਂ ਬੜਾ ਅੱਛਾ ਇਹਦਾ ਥੋੜਾ ਜਿਹਾ ਮਤਲਬ ਜਿਹੜਾ ਸਾਨੂੰ ਤਾਰਫ ਹਿਸਟਰੀ ਦਾ ਉਹ ਕਰਵਾ ਦਿੱਤਾ। ਪਰ ਮੈਨੂੰ ਤੁਸੀਂ ਦੱਸੋ ਵੀ ਹੁਣ ਪਾਕਿਸਤਾਨ ਦੇ ਵਿੱਚ ਜ਼ਾਹਿਰ ਹੈ ਤੁਸੀਂ ਬਰਾਬਰ ਦੇ ਸ਼ਹਿਰੀ ਹੋ, ਤੁਹਾਡਾ ਸ਼ਨਾਖਤੀ ਕਾਰਡ ਬਣਿਆ, ਤੁਸੀਂ ਆਇਨ ਦੇ ਤਹਿਤ ਪਾਕਿਸਤਾਨ ਦੇ ਸ਼ਹਿਰੀ ਕਹਿਲਾਉਂਦੇ ਹੋ, ਪ੍ਰੋਬਲਮ ਕੀ ਹੈ? ਸਰ ਜੀ ਮੇਰੇ ਜਿਹੜੇ ਸ਼ਨਾਖਤੀ ਕਾਰਡ ਨਾਲ ਤਾਂ ਨਹੀਂ ਪਾਕਿਸਤਾਨੀ ਬਣਿਆ ਜਾ ਸਕਦਾ। ਦੇਖੋ ਆਇਨ ਫੈਸਿਲੀਟੇਟ ਕਰਦਾ ਵੇ ਇੱਥੇ ਦੇ ਲੋਕਾਂ ਨੂੰ, ਜੀ ਬਿਲਕੁਲ, ਠੀਕ ਹੈ। ਔਰ ਤੁਸੀਂ ਇਹ ਦੇਖ ਲਓ ਕਿ ਡਿਸਕ੍ਰਿਮੀਨੇਸ਼ਨ ਆਇਨ ਕਹਿੰਦਾ ਕਿ ਡਿਸਕ੍ਰਿਮੀਨੇਸ਼ਨ ਕਿਤੇ ਨਾਲ ਨਹੀਂ ਕਰਨੀ, ਸੈਕਸ, ਠੀਕ ਹੈ, ਕ੍ਰੀਡ, ਰੰਗ, ਨਸਲ, ਮਜ਼ਹਬ ਨਾਲ, ਹਾਂਜੀ ਮਜ਼ਹਬ ਕੱਢ ਦਿੱਤਾ ਉਹਨੇ। ਅਗਰ ਇਹਦਾ ਆਪਣਾ ਜਿਨਸ ਤੇ ਰੰਗ ਤੇ ਇਲਾਕਾ, ਠੀਕ ਹੈ ਨਾ, ਇਹਨੂੰ ਛੱਡ ਕੇ ਅਗਰ ਇਹਦੇ ਵਿੱਚ ਇਹ ਆ ਜਾਂਦਾ ਨਾ ਕਿ ਮਜ਼ਹਬ ਦੇ ਹਵਾਲੇ ਨਾਲ ਵੀ ਡਿਸਕ੍ਰਿਮੀਨੇਸ਼ਨ ਨਹੀਂ ਕਰਨੀ, ਤੇ ਹੋ ਸਕਦਾ ਸਾਡੇ ਹਾਲਾਤ ਨਾ ਹੁੰਦੇ, ਹੋ ਸਕਦਾ ਆਇਨ ਜਿਹੜਾ ਵੇ ਉਹਦੇ ਵਿੱਚ ਵਜ਼ੀਰ ਆਜ਼ਮ ਦੀ ਸ਼ਰਤ ਮੁਸਲਮਾਨ ਹੋਣ ਦੀ ਰੱਖੀ ਨਾ ਜਾਂਦੀ, ਠੀਕ ਹੈ ਨਾ। ਔਰ ਸੁਣੋ, ਅਗਰ ਤੇ ਪਾਕਿਸਤਾਨ ਦੇ ਵਿੱਚ ਬਾਕੀ ਕਮਿਊਨਿਟੀ ਜਿਹੜੀਆਂ ਨੇ ਉਹਨਾਂ ਰਿਆਸਤ ਦੀ ਖਾਹਿਸ਼ ਹੈ ਕਿ ਇਹਨਾਂ ਨੂੰ ਵੀ ਸ਼ਹਿਰੀ ਸਮਝਿਆ ਜਾਵੇ, ਠੀਕ ਹੈ ਨਾ। ਪਹਿਲੋਂ ਤੇ ਸ਼ਹਿਰੀ ਇਸ ਗੱਲ ਨਾਲ ਸਮਝਿਆ ਜਾਏ ਕਿ ਅਸੀਂ ਕੋਈ ਮੁਹਾਜਰ ਨਹੀਂ ਹੈਗੇ, ਠੀਕ ਹੈ ਨਾ। ਹਿੱਸੇਦਾਰੀ ਦਾ ਮੁਤਾਲਬਾ ਸ਼ਰਾਕਤਦਾਰੀ ਦਾ ਅਸੀਂ ਇਸ ਲਈ ਕਰਨੇ ਆ ਕਿ ਭਾਈ ਸਾਹਿਬ ਅਸੀਂ ਇਹਦੇ ਵਿੱਚ ਹਿੱਸੇਦਾਰ ਆ, ਠੀਕ ਹੈ ਨਾ। ਸਾਡੇ ਵੱਡਿਆਂ ਨੇ ਹਿੱਸਾ ਪਾਇਆ ਸੀ ਔਰ ਕਾਇਦ ਆਜ਼ਮ ਨੇ ਜਿਹੜੇ ਵਾਅਦੇ ਕੀਤੇ ਸਨ, ਠੀਕ ਹੈ ਨਾ। ਖੈਰ ਕਾਇਦ ਆਜ਼ਮ ਹੁਣ ਤੇ ਹਾਈਜੈਕ ਹੋ ਗਿਆ ਜੀ ਪਾਕਿਸਤਾਨ, ਠੀਕ ਹੈ ਨਾ। ਹੁਣ ਪਤਾ ਨਹੀਂ ਕਿੱਧਰ ਨੂੰ ਜਾਣਾ। ਉਹ ਵੇਖੋ ਨਾ, ਕਾਇਦ ਆਜ਼ਮ ਦੀ ਭੈਣ ਫਾਤਮਾ ਜਨਾ ਹੈ, ਉਹਨੂੰ ਬੰਗਲਾਦੇਸ਼ ਨੇ ਜਿਤਵਾ ਦਿੱਤਾ, ਠੀਕ ਹੈ। ਹਾਂ ਚਲੋ ਤੁਸੀਂ ਖਾਤੂਨ ਦੀ ਗੱਲ ਕੀਤੀ, ਮੈਨੂੰ ਯਾਦ ਆ ਗਿਆ ਖਾਤੂਨ ਤੋਂ, ਕਿਉਂਕਿ ਤੁਹਾਡਾ ਸਲੋਗਨ ਵੀ ਹੈ ਕਿ ਸਾਡੀ ਬੇਟੀ ਸਾਡੀ ਇੱਜ਼ਤ ਜਿਹੜੀ ਹੈ, ਇਹ ਤੁਹਾਡਾ ਸਲੋਗਨ ਹੈ। ਇਹ ਗਰੁੱਪ ਜਾਂ ਇਹ ਤਨਜ਼ੀਮ ਜਾਂ ਤਹਿਰੀਕ ਸ਼ੁਰੂ ਕਰਨ ਦੀ ਕੀ ਜ਼ਰੂਰਤ ਹੈ? ਇਹ ਸਲੋਗਨ ਅਸੀਂ ਨਾ ਕੋ 3 ਸਾਲ ਤੋਂ ਅਸੀਂ ਇਸ ਗੱਲ ਤੇ ਲੱਗੇ ਆ ਕਿ ਸਾਡੀਆਂ ਜਿਹੜੀਆਂ ਨੇ ਨਾ ਆਪਣਾ ਮਾਈਨਰ ਬੱਚੀਆਂ,
ਜਾਂ ਸਾਡੀਆਂ ਜਿਹੜੀਆਂ ਬੱਚੀਆਂ ਨੇ ਉਹਨਾਂ ਨੂੰ ਟਰੈਪ ਕਰ ਲਿਆ ਜਾਂਦਾ ਔਰ ਤਬਦੀਲੀ ਮਜ਼ਹਬ ਕਰਵਾ ਲਈ ਜਾਂਦੀ ਹੈ, ਠੀਕ ਹੈ ਨਾ। ਅੱਛਾ, ਉਦੋਂ ਵੀ ਸਾਡੀਆਂ ਫੈਮਲੀਆਂ ਰੋਲਦੀਆਂ ਨੇ ਤੇ ਉਸ ਤੋਂ ਬਾਅਦ ਉਹ ਜਦੋਂ ਉਹ ਨਹੀਂ ਬੱਚਿਆਂ ਦਾ ਦੇਖੋ ਉੱਥੇ ਨਹੀਂ ਸਰਦਾ। 2014 ਦੀ ਤਸੱਦੁਕ ਹੁਸੈਨ ਜਲਾਨੀ ਸਾਹਿਬ ਦੀ ਜਿਹੜੀ ਇੱਕ ਬੜੀ ਵੱਡੀ ਇੱਕ ਜਜਮੈਂਟ ਹੈ, ਉਸ ਜਜਮੈਂਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜੀਆਂ ਕੁੜੀਆਂ ਨੇ ਉਹ ਆਪਣੀ ਮਰਜ਼ੀ ਨਾਲ ਜਾਂਦੀਆਂ ਨੇ ਹੈ ਔਰ ਉਹ ਆਪਣੀ ਮਰਜ਼ੀ ਨਾਲ ਰਹਿਣਾ ਚਾਹੁੰਦੀਆਂ ਨੇ। वो उथे जड़ा अल्फाज ने वो इस तरह है कि वो अपनी मर्जी से अपने आशनाओं के साथ जाती हैं। देखो तसद्दुक हुसैन जलानी साहब ਨੂੰ ਅਸੀਂ ਕੀ ਕਹਿਣਾ ਵੇ, ਹੁਣ ਦੱਸੋ ਮੁਲਕ ਦਾ ਕਾਨੂੰਨ ਜਿਹੜਾ ਵੇ ਉਹ ਮਾਈਨਰ ਨੂੰ ਡਿਕਲੇਅਰ ਕਰਦਾ ਹੈ, ਜੀ ਠੀਕ ਹੈ ਨਾ। ਏਜ ਮਾਈਨਰ ਨੂੰ ਇਸ ਲਈ ਡਿਕਲੇਅਰ ਕਰਦਾ ਹੈ, ਠੀਕ ਹੈ, ਕਿ ਉਹਦੇ ਨਾਲ ਜਿੰਨੀ ਵੀ ਕੋਈ ਜ਼ਿਆਦਤੀ ਹੋਏਗੀ ਜੀ, ਠੀਕ ਹੈ ਨਾ, ਉਹਦੇ 'ਚ ਉਹਦੇ ਹਿੱਸੇਦਾਰੀ ਨੂੰ ਵਿੱਚ ਸ਼ਾਮਲ ਨਹੀਂ ਕੀਤਾ ਜਾਏਗਾ ਕਿ ਉਹਦੀ ਖਾਹਿਸ਼ ਸੀ, ਜੀ ਬਿਲਕੁਲ, ਠੀਕ ਹੈ ਨਾ। ਇਹ ਹੁਣ ਦੇਖੋ ਚਾਈਲਡ ਸਟੈਂਡ ਐਕਟ ਪੰਜਾਬ ਦਾ ਉਹ ਕਹਿੰਦਾ ਜੀ 16, ਫਿਰ ਅੱਗੋਂ ਤੁਸੀਂ ਆ ਜਾਓ ਕਾਨੂੰਨ ਜਿਹੜਾ ਵੇ 376 ਇਹ ਜ਼ਨਾਹ ਦਾ ਕਾਨੂੰਨ ਹੈ, ਔਰ 375 ਕੀ ਡਿਫਾਈਨ ਕਰਦਾ, 375 ਇਹ ਡਿਫਾਈਨ ਕਰਦਾ ਹੈ ਕਿ 16 ਸਾਲ ਤੋਂ ਘੱਟ ਦਾ ਜਿਹੜੀ ਬੱਚੀ ਹੈ ਨਾ, ਅਗਰ ਕੋਈ ਉਹਦੀ ਰਜ਼ਾਮੰਦੀ ਦੇ ਨਾਲ, ਠੀਕ ਹੈ ਨਾ, ਜਾਂ ਉਹਦੀ ਬਗੈਰ ਰਜ਼ਾਮੰਦੀ ਦੇ ਨਾਲ ਉਹਦੇ ਨਾਲ ਜਿਨਸੀ ਤਲਕ ਇਸਤਵਾਰ ਕਰਦਾ ਨਾ, ਤੇ ਉਹ ਜਨਾਬ ਆਪਣਾ ਜ਼ਨਾਹ 'ਚ ਆਉਂਦਾ, ਜ਼ਨਾਹ ਬਿਲ ਜ਼ਬਰ ਜਾਂ ਜ਼ਨਾਹ 'ਚ ਆਉਂਦਾ, ਜ਼ਨਾਹ ਬਿਲ ਜ਼ਬਰ ਹੀ ਲਾ ਲਓ ਨਾ। ਉਹਦੀ ਸਜ਼ਾ ਜੇ ਆਪਣਾ 376 ਦੀ ਆਪਣਾ 25 ਸਾਲ, ਠੀਕ ਹੈ ਨਾ। ਅਸਲ ਨਾ ਸੁਣੋ ਚੀਜ਼ਾਂ ਨੂੰ ਨਾ ਵੰਡ ਕਰਕੇ ਨਾ ਤੇ ਫੇਰ ਸਮਝ ਆਉਂਦੀ ਗੱਲ ਦੀ। ਜੀ 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 ਕਰੋ। ਅਸੀਂ ਕਹਿੰਨੇ ਆ ਕਿ ਅਗਰ ਕਮਸਨ ਬੱਚੀ ਜਿਹੜੀ ਹੈ ਜੀ ਉਹਦੀ ਏਜ ਹੈ 16 ਜੀ ਤੇ ਸ਼ਾਦੀ ਉਹਦੇ ਨਾਲ ਜੁਰਮ, ਜੀ ਠੀਕ ਹੈ ਨਾ, ਤੇ ਫਿਰ ਮਜ਼ਹਬ ਦੀ ਤਬਦੀਲੀ ਜਿਹੜੀ ਹੈ ਜੀ ਜਾਂ ਕੋਈ ਤਾਕਤ ਜਿਹੜੀ ਹੈ, ਜੀ ਠੀਕ ਹੈ ਨਾ, ਉਸ ਜੁਰਮ ਨੂੰ ਛੁਪਾ ਤੇ ਨਹੀਂ ਸਕਦੀ, ਨਹੀਂ, ਠੀਕ ਹੈ ਨਾ। ਠੀਕ ਹੈ, ਉਹਨੂੰ ਅਸੀਂ ਜ਼ਬਰ ਕਵਾਂਗੇ, ਠੀਕ, ਉਹ ਸਮਝ ਆ ਗਈ। ਜਿਹੜਾ ਬੱਚਾ ਮਾਈਨਰ ਹੈ ਅਗਰ ਉਹਦੇ ਨਾਲ ਕੋਈ ਵੀ ਜਿਹੜਾ ਕਿਸੇ ਕਿਸਮ ਦਾ ਤਲਕ ਜਿਹੜਾ ਹੈ, ਜਿਹੜਾ ਉਹਦਾ ਜਿਸਮ ਨਾਲ ਯਾਦ ਆ, ਉਹਦਾ ਜਿਹੜਾ ਸਹਾਰਾ ਹੈ ਨਾ, ਸੁਣੋ, ਉਹ ਮਜ਼ਹਬ ਨਹੀਂ ਹੋ ਸਕਦਾ। ਜੁਰਮ ਦਾ ਸਹਾਰਾ ਮਜ਼ਹਬ ਨਹੀਂ ਹੋ ਸਕਦਾ। ਇਹ ਦੇਖੋ ਨਾ, ਠੀਕ ਹੈ ਨਾ, ਇੱਕ ਡਾਕੂ ਕਹੇ ਜਨਾਬ ਕਿ ਮੈਂ ਮੁਸਲਮਾਨਾਂ ਤੋਂ ਉਹਨੂੰ ਛੱਡ ਦਿਆਂਗੇ, ਠੀਕ ਹੈ ਨਾ। ਇਸੇ ਤਰ੍ਹਾਂ ਅਸੀਂ ਕਹਿੰਦੇ ਆ ਕਿ ਅਗਰ ਬੱਚੀ ਜਿਹੜੀ ਹੈ ਮਾਈਨਰ, ਜੀ, ਠੀਕ ਹੈ ਨਾ, ਅਗਰ ਉਹ ਇਸਲਾਮ ਕਬੂਲ ਕਰਦੀ ਹੈ ਤਾਂ ਵੀ ਜੁਰਮ ਹੈ, ਜੀ, ਠੀਕ ਹੈ ਨਾ। ਉਹਨੂੰ ਅਸੀਂ ਜ਼ਬਰ ਦੇ, ਅਗਰ ਕੋਈ ਬੰਦਾ ਕਹਿੰਦਾ ਜੀ ਕਿ ਮੈਂ ਤੈਨੂੰ ਸਾਂਭ ਲਾਂਗਾ, ਠੀਕ ਹੈ ਨਾ। ਇਹ ਹੁਣ ਜਿਸ ਤਰ੍ਹਾਂ ਪੁਲਿਸ ਬਾਇਸਡ ਹੈ ਕਿਸ ਗੱਲ ਤੋਂ, ਜੀ, ਕਿ ਜਨਾਬ ਆਪਣਾ ਇਹਨੇ ਚੁੱਕੇ ਇਸਲਾਮ ਕਬੂਲ ਕਰ ਲਿਆ। ਔਰ ਵੱਡੀ ਗੱਲ ਮੈਂ ਤੁਹਾਨੂੰ ਦੱਸਾਂ, ਕੋਈ ਵੀ ਇਹੋ ਜਿਹੀ ਸ਼ਾਦੀ ਜਿਹੜੀ ਹੈ ਨਾ 99.9% ਕਾਮਯਾਬ ਕੋ ਨਹੀਂ ਹੈਗੀ, ਜੀ, ਠੀਕ ਹੈ ਨਾ। ਇਹ ਜਦੋਂ ਵਾਪਸ ਆ ਜਾਂਦੀਆਂ ਨੇ ਬੱਚੀਆਂ, ਜੀ, ਠੀਕ ਹੈ ਨਾ, ਕੰਧਾ ਟੱਪ ਕੇ ਵੀ ਬੱਚੀਆਂ ਵਾਪਸ ਆਈਆਂ ਜੇ, ਜੀ, ਠੀਕ ਹੈ ਨਾ। ਉਸ ਖੌਫਨਾਕ ਸੂਰਤ ਹਾਲਤ ਜਦੋਂ ਵਾਪਸ ਤੁਹਾਡੇ ਕੋਲ ਕਿਸ ਤਰ੍ਹਾਂ ਦਾ ਕੇਸ ਹੈ ਕਿ ਮਤਲਬ ਕੋਈ ਬੱਚੀ ਜਿਸ ਤਰ੍ਹਾਂ ਗਈ ਹੋਵੇ ਔਰ ਫਿਰ ਵਾਪਸ ਆਈ ਹੋਵੇ? ਹਾਂਜੀ, ਕੋਈ ਨਾਂ ਲਵੋ। ਨਾ ਮੈਂ ਇਸ ਲਈ ਨਹੀਂ ਲੈਣਾ ਚਾਹ ਰਿਹਾ ਕਿ ਇਨਸਿਕਿਉਰ ਹੋ ਜਾਏਗਾ। ਫੈਸਲਾਬਾਦ ਦੀ ਬੱਚੀ, ਜੀ, ਠੀਕ ਹੈ ਨਾ, ਅੰਡਰ ਏਜ, ਜੀ, ਅਸੀਂ ਉਹਦੇ ਹਾਈ ਕੋਰਟ ਨੇ ਕੀ, ਹਾਈ ਕੋਰਟ ਤੱਕ ਨੇ ਕਹਿ ਦਿੱਤਾ ਕਿ ਜੀ ਚੱਲ ਠੀਕ ਹੈ ਤੂੰ ਮੁਲਜ਼ਮਾਨਾ ਚਲੀ ਜਾ। ਔਰ ਇੱਥੋਂ ਤੱਕ ਮੈਂ ਮਤਲਬ ਕਿ ਜੱਜਿਸ ਕਹਿੰਦੇ ਨੇ ਖੜੀ ਹੋ, ਹਾਂ ਨਹੀਂ ਤੂੰ ਚੰਗੀ ਭਲੀ ਲੱਗਣ ਡਈ ਹੈ, ਕੌਣ ਕਹਿੰਦਾ ਨਾਬਾਲਗ ਹੈ, ਠੀਕ ਹੈ ਨਾ। ਅੱਛਾ, ਅਸੀਂ ਡਾਕੂਮੈਂਟ ਪੇਸ਼ ਕਰ ਮਰ ਜਾਂਦੇ ਹਾਂ। ਔਰ ਇਸੇ ਕੇਸ 'ਚ ਜਿੱਥੇ ਮੈਂ ਕਹਿਣ ਡਿਆ ਕਿ ਬੱਚੀ ਕੰਧ ਟੱਪ ਕੇ ਆ ਗਈ, ਠੀਕ ਹੈ ਨਾ, ਮੌਲਵੀ ਸਾਹਿਬ ਨੂੰ ਅਸੀਂ ਮਿਲੇ ਜਿਨ੍ਹਾਂ ਦੇ ਨਾਂ ਤੋਂ ਉਹ ਨਿਕਾਹਨਾਮਾ ਮਨਸੂਬ ਕੀਤਾ ਗਿਆ। ਮੌਲਵੀ ਸਾਹਿਬ ਕਹਿੰਦੇ ਮੈਂ ਕੀਤਾ ਹੀ ਨਹੀਂ, ਠੀਕ ਹੈ ਨਾ। ਅਸੀਂ ਜਨਾਬ ਇੱਥੇ ਲਾਹੌਰ ਹਾਈ ਕੋਰਟ ਦੇ ਸਾਹਮਣੇ ਰੱਖੇ ਕਿ ਜਨਾਬ ਕਾਫੀ ਸਾਰੇ ਤੁਸੀਂ ਪੇਪਰ ਲੈ ਕੇ ਆਏ, ਕੀ ਨੇ ਮੈਂ ਦੱਸਣਾ ਨਾ, ਇਹ ਬੜਾ ਸੁਣਨ ਵਾਲੀ ਗੱਲ ਜੇ ਕਿ ਲਾਹੌਰ ਹਾਈ ਕੋਰਟ ਦੇ ਸਾਹਮਣੇ ਵਕੀਲ ਸਾਹਿਬ ਨੇ ਕਿਹਾ ਜਨਾਬ ਕਿ ਇਹ ਤੇ ਨਿਕਾਹ ਹੀ ਜਾਲੀ ਹੈ, ਤੇ ਜੱਜ ਸਾਹਿਬ ਕਹਿੰਦੇ ਉਹ ਸਾਡੇ ਪਿਓ ਦਾਦੇ ਦੇ ਕਿਦੋਂ ਹੁੰਦੇ ਸਨ। ਤੇ ਜੱਜ ਸਾਹਿਬ ਕਹਿ ਰਹੇ ਹਾਂਜੀ, ਹਾਂ ਤੂੰ ਕੀਤਾ, ਹਾਂਜੀ ਕੀਤਾ ਜੀ, ਚਲੋ ਜਾਓ ਜੀ, ਠੀਕ ਹੈ। ਔਰ ਉਹ ਬੱਚੀ escape ਕਰਕੇ ਆ ਗਈ, ਠੀਕ ਹੈ। ਹੁਣ ਮੈਨੂੰ ਦੱਸੋ ਕਿ ਜਦੋਂ ਨਾਕਾਮੀ ਦੀ ਸੂਰਤ 'ਚ ਇਹ ਬੱਚੀਆਂ ਉਹਨਾਂ ਘਰਾਂ 'ਚੋਂ ਵੀ ਪਤਾ ਨਹੀਂ ਕਿੱਥੇ, ਵੇਖੋ ਨਾ, ਬੱਚੀ ਦੁਬਾਰਾ ਘਰ ਵੀ ਕਈ ਦਫਾ ਨਹੀਂ ਆ ਸਕਦੀ, ਠੀਕ ਹੈ ਨਾ। ਇਹਦੇ 'ਚ ਕਾਫੀ ਵੱਡੇ ਜਿਹੜੇ ਮੁਫੱਕਰ ਨੇ ਉਹਨਾਂ ਨੇ ਪ੍ਰੋਗਰਾਮ ਕੀਤੇ ਨੇ। ਉਹਨਾਂ ਨੇ ਕਿਹਾ ਜਨਾਬ ਕਿ ਬੱਚੀਆਂ ਜਾਂ ਤੇ ਸੈਕਸ ਵਰਕਰ ਬਣ ਜਾਂਦੀਆਂ ਨੇ ਜਾਂ ਕਿਸੇ ਹੋਰ ਦੇ ਢੇਰ ਚੜ ਜਾਂਦੀਆਂ। ਅੱਛਾ, ਜਦੋਂ ਵਾਪਸ ਆਉਂਦੀਆਂ ਨੇ ਉਦੋਂ ਕੋਈ ਦਾਅਵੇ ਮਤਲਬ ਕਿ ਆ ਜਿਹੜੇ ਨੇ ਆਪਣਾ ਫਤਵੇ ਦੇਣ ਵਾਲੇ, ਉਦੋਂ ਨਾ ਕੋਈ ਫਤਵੇ ਦੇਣ ਵਾਲਾ ਨਜ਼ਰ ਆਉਂਦਾ ਜੇ, ਨਾ ਪੁਲਿਸ ਨਜ਼ਰ ਆਉਂਦੀ ਹੈ, ਨਾ ਅਦਾਲਤ ਨਜ਼ਰ ਆਉਂਦੀ ਹੈ,
ਠੀਕ ਹੈ ਨਾ। ਪਹਿਲਾਂ ਵੀ ਮਾਂ ਤੇ ਪਿਓ ਇੱਕ ਮੁਸੀਬਤ 'ਚ ਬੜੇ ਹੁੰਦੇ ਨੇ ਕਿ ਸਾਡੀ ਬੱਚੀ ਕਿਸੇ ਤਰੀਕੇ ਆ ਜਾਏ। ਫਿਰ ਅਗਲੀ ਗੱਲ ਸੁਣ ਲਓ ਕਿ ਬੱਚੀਆਂ ਨੂੰ ਸਾਹਮਣੇ ਹੀ ਨਹੀਂ ਕਰਨਾ ਜੀ, ਇਹ ਕਾਗਜ਼ ਦੇ ਦਿੰਦੇ ਨੇ। ਹੁਣ ਮੈਂ ਤਾਂ ਤੁਸੀਂ ਕਹਿ ਜੇ ਕਾਗਜ਼ ਲੈ ਕੇ ਆਏ ਜੇ, ਹੁਣ ਚਸ਼ਮਾਨ ਕੇਸ, ਜੀ ਠੀਕ ਹੈ ਨਾ, ਫੈਸਲਾਬਾਦ ਤੋਂ ਸਾਹੀਵਾਲ ਲੈ ਗਏ ਬੱਚੀ ਨੂੰ, ਜੀ 6ਵੀਂ ਦੀ ਬੱਚੀ, ਛੋਟੀ ਕਲਾਸ ਦੀ, ਹਾਂਜੀ 6ਵੀਂ ਕਲਾਸ ਦੀ ਬੱਚੀ, ਉਹਨੂੰ ਜਨਾਬ ਚੁੱਕ ਕੇ ਤੇ ਸਾਹੀਵਾਲ ਲੈ ਗਏ। ਸਾਹੀਵਾਲ ਜਾ ਕੇ ਤੇ ਨਿਕਾਹ ਕਰਤਾ, ਵੀਡੀਓ ਬਣ ਗਈਆਂ ਜੀ। ਅੱਛਾ, ਉਹੀ ਬੰਦੇ ਖੜਨ ਵਾਲੇ, ਉਹੀ ਨਿਕਾਹ ਦੇ ਆਪਣਾ ਗਵਾਹ, ਤੇ ਉਹੀ ਜਨਾਬ ਆਪਣਾ ਕਬੂਲ ਇਸਲਾਮ ਦੇ ਵੀ ਉਹੀ ਗਵਾਹ। ਠੀਕ ਹੈ, ਤੁਹਾਡੇ ਕਹਿਣ ਦਾ ਮਤਲਬ ਹੈ ਤੁਸੀਂ ਇਹ ਕਹਿਣਾ ਚਾਹ ਰਹੇ ਹੋ, ਹੁਣ ਮੈਨੂੰ ਦੱਸੋ ਕਿ ਅਗਰ ਆਜ਼ਾਦ ਮਰਜ਼ੀ ਨਾਲ ਕੋਈ ਆਪਣਾ ਮਤਲਬ ਬਦਲਦਾ ਹੈ ਜੀ, ਠੀਕ ਹੈ ਨਾ, ਤੇ ਸਾਹੀਵਾਲ ਦਾ ਫੈਸਲਾਬਾਦ ਤੋਂ ਕਿੰਨਾ ਸਫ਼ਰ ਹੈ, ਠੀਕ ਹੈ। ਉਹਨੂੰ ਮਹੱਲੇ 'ਚ ਕੋਈ ਮਸਜਿਦ ਨਹੀਂ ਮਿਲੀ, 1 ਕਿਲੋਮੀਟਰ ਤੇ ਨਹੀਂ ਮਿਲੀ, ਉਹਨੂੰ 2 ਕਿਲੋਮੀਟਰ ਤੇ ਨਹੀਂ ਮਿਲੀ, ਉਹਨੂੰ 10 ਕਿਲੋਮੀਟਰ ਤੇ ਉਸ ਬੱਚੀ ਨੂੰ ਮਤਲਬ ਕਿ ਕੋਈ ਐਸੀ ਜਗ੍ਹਾ ਨਹੀਂ ਮਿਲੀ, ਮਸਜਿਦ ਨਹੀਂ ਮਿਲੀ, ਠੀਕ ਹੈ ਨਾ, ਜਿੱਥੇ ਉਹ ਇਸਲਾਮ ਕਬੂਲ ਕਰ ਲੈਂਦੀ। ਮਤਲਬ ਕਿ ਸਾਹੀਵਾਲ, ਠੀਕ ਹੈ ਨਾ। ਔਰ ਉਹ ਵੀ ਮੈਂ ਤੁਹਾਨੂੰ ਇੱਕ ਨਵੀਂ ਗੱਲ ਦੱਸਣਾ, ਹੁਣ ਇਹ ਦੇਖੋ, ਪਾਕਿਸਤਾਨ ਸੁੰਨੀ ਤਹਿਰੀਕ ਹੈ ਜੀ, ਠੀਕ ਹੈ, ਸਿਆਸੀ ਜਮਾਤ ਹੈ ਜੀ। ਅਸੀਂ ਪ੍ਰੈਸ ਕਾਨਫਰੰਸ 'ਚ ਵੀ ਕਿਹਾ ਕਿ ਜਨਾਬ ਹੁਣ ਇਹ ਪਾਕਿਸਤਾਨ ਸੁੰਨੀ ਤਹਿਰੀਕ ਸਿਆਸੀ ਜਮਾਤ ਹੈ, ਇਹਦੇ ਮੈਂਡੇਟ 'ਚ ਹੈ ਕਿ ਜਨਾਬ ਮਜ਼ਹਬ ਦੀਆਂ ਤਬਦੀਲੀਆਂ ਕਰਾਉਂਦੇ ਫਿਰ, ਠੀਕ ਹੈ ਨਾ, ਔਰ ਮੰਨਦੇ ਨਹੀਂ, ਠੀਕ ਹੈ ਨਾ। ਇਹ ਹੁਣ ਚਸ਼ਮਾਨ ਕੇਸ ਦੇ ਵਿੱਚ ਹੀ ਹੈ ਤਾਜ਼ਾ ਫੈਸਲਾ, ਇਸ ਲਈ ਇੱਥੇ ਨਾ ਸੁਣੋ, ਆਪਣੀ ਮਜ਼ਾਜ ਆਪਣੀ ਮਰਜ਼ੀ ਦੇ ਫੈਸਲੇ, ਠੀਕ ਹੈ ਨਾ। ਹੁਣ ਇਹਦੇ 'ਚ ਦੇਖੋ, ਉਮਰ ਲਿਖੀ 19 ਸਾਲ, 6ਵੀਂ ਕਲਾਸ ਦੀ ਬੱਚੀ ਦੀ ਉਮਰ, 6ਵੀਂ ਕਲਾਸ ਦੀ ਬੱਚੀ ਦੀ ਉਮਰ ਲਿਖੀ ਹੈ 19 ਸਾਲ। ਅੱਛਾ, ਕਈ ਦਫਾ ਨਾ ਅਸੀਂ ਸੁਣੋ, ਇਹ ਸਾਡੇ ਲੋਕਾਂ ਨੂੰ ਵੀ ਨਹੀਂ ਪਤਾ ਕਿ ਹੋ ਕੀ ਰਿਹਾ, ਹਾਂਜੀ, ਠੀਕ ਹੈ ਨਾ। ਫੇਰ ਹੀ ਬਹਿਸ ਕਰਾਂਗੇ ਨਾ, 90% ਲੋਕਾਂ ਨੂੰ ਨਹੀਂ ਪਤਾ ਜੀ। ਮੈਂ ਫੇਰ ਹੀ ਬਹਿਸ ਕਰਾਂਗੇ ਨਾ, ਜਿੰਨੀ ਅਸੀਂ ਦੱਸ ਹੀ ਇਸੇ ਕਰਕੇ ਰਹੇ, ਨੈਸ਼ਨਲ ਨਿਊਜ਼ ਇਸੇ ਕਰਕੇ ਤੁਹਾਨੂੰ ਬੁਲਾਇਆ, ਤੁਹਾਨੂੰ ਤਕਲੀਫ ਦਿੱਤੀ ਹੈ, ਤਾਂ ਜੋ ਦੱਸੋ ਵੀ ਅਸਲ 'ਚ ਗਲਤੀ ਕਿੱਥੇ ਵੇ। ਇਹ ਦੇਖੋ, ਹੁਣ ਇੱਥੇ ਲਿਖੀ ਹੈ 19 ਸਾਲ ਉਮਰ ਬੱਚੀ ਦੀ, ਠੀਕ ਹੈ ਨਾ। ਜੀ ਜੀ, ਮਾਂ ਪਿਓ ਜਿਹੜੇ ਡਾਕੂਮੈਂਟ ਪੇਸ਼ ਕਰ ਰਹੇ ਨੇ, ਉਹਦਾ ਪੈਦਾਇਸ਼ ਦਾ ਸਰਟੀਫਿਕੇਟ, ਉਹਦਾ ਬੇਫਾਰਮ, ਉਹਦੇ ਤੇ ਬੱਚੀ ਦੀ ਉਮਰ ਹੈ 13 ਸਾਲ ਤੇ 10 ਮਹੀਨੇ, ਯਾਨੀ ਅਸੀਂ 14 ਸਾਲ ਸਮਝ ਸਕਦੇ, ਠੀਕ ਹੈ। ਅੱਛਾ, ਹੁਣ ਜਦੋਂ ਅਸੀਂ ਜਾਂਦੇ ਹਾਂ ਪੁਲਿਸ ਕੋਲੋਂ, ਜਦੋਂ ਜਾਂਦੇ ਹਾਂ ਅਦਾਲਤਾਂ ਕੋਲ, ਉਹ ਕਹਿੰਦੇ ਨੇ ਕਿ ਜੀ ਬਾਇਓਲੋਜੀਕਲੀ ਸਮਝਦਾ, ਹਾਂਜੀ ਹਾਂਜੀ, ਜਿਸਮਾਨੀ ਤੌਰ ਤੇ ਬਲੂਗਤ, ਜਦੋਂ ਹਾਂਜੀ ਜਿਸਮਾਨੀ ਬਲੂਗਤ, ਉਦੋਂ ਉਹਨੂੰ ਸਮਝਿਆ ਜਾਂਦਾ ਜੀ। ਵੀ ਖੁਦਾ ਦੇ ਉਹ ਬੰਦੇ ਹੋ, ਅਗਰ ਤੁਸੀਂ ਸਮਝਦੇ ਹੋ ਕਿ ਬੱਚੀ ਜਿਹੜੀ ਹੈ ਬਲੂਗਤ 'ਚ ਆ ਗਈ ਹੈ, ਤੇ ਉਹ ਆ ਗਈ ਹੈ 11 ਸਾਲਾਂ ਦੀ, ਤੇ ਸ਼ਾਦੀ ਦੇ ਕਾਬਲ ਹੋ ਗਈ, ਤੇ ਇੱਥੇ ਵੀ ਲਿਖ ਦਿਓ, ਬਿਲਕੁਲ ਸਹੀ, ਠੀਕ ਹੈ ਨਾ। ਹੁਣ ਦੇਖੋ ਨਾ, 19 ਸਾਲ ਉਮਰ ਹੈ। ਮਤਲਬ ਤੁਹਾਡਾ ਮਤਲਬ ਇਹ ਹੈ ਕਿ ਅਗਰ ਅਦਾਲਤ ਇਸ ਗੱਲ ਤੇ ਫਿਜ਼ੀਕਲ ਜਿਹੜੀ ਅਪੀਅਰੈਂਸ ਹੈ, ਹਾਂਜੀ ਹਾਂਜੀ, ਉਹਦੇ ਤੇ ਉਹਨੂੰ ਬਾਲਗ ਕਰਾਰ ਦਿੰਦੀ ਹੈ ਜਾਂ ਉਹਦੀ ਜਿਹੜੀ ਫਿਜ਼ੀਕਲ ਹਾਲਤ ਹੈ ਉਹਦੇ ਤੇ ਉਹਨੂੰ ਬਾਲਗ ਕਰਾਰ ਦਿੰਦੀ, ਤੇ ਉਹੀ ਲਿਖੇ, ਝੂਠ ਨਾ ਬੋਲੇ, ਹਾਂਜੀ, ਮਤਲਬ ਉਹ, ਠੀਕ ਹੈ ਨਾ, ਨਿਕਾਹ ਕਰਨ ਵਾਲਾ ਉਹੀ ਲਿਖ ਦੇਵੇ। ਮਤਲਬ 11 ਸਾਲ ਦੀ ਬੱਚੀ ਜਾਂ 12 ਸਾਲ ਦੀ ਬੱਚੀ ਜਾਂ 13 ਸਾਲ ਦੀ ਬੱਚੀ ਅਗਰ ਬਾਲਗ ਕੰਸੀਡਰ ਹੁੰਦੀ ਫਿਜ਼ੀਕਲੀ, ਤਾਂ ਲਿਖ ਵੀ 12 ਸਾਲ ਦੀ, 12 ਸਾਲ ਦੀ, ਉਹਨੂੰ 19 ਨਾ ਕੀਤਾ, ਉਹਨੂੰ 19 ਨਾ, ਬਿਲਕੁਲ ਠੀਕ। ਦੇਖੋ ਨਾ ਕਿੱਡਾ ਵੱਡਾ ਫਰਾਡ ਹੈ, ਇਹ ਬਿਲਕੁਲ ਠੀਕ, ਸਮਝ ਗਏ। ਅੱਛਾ, ਫਿਰ ਅਗਰ ਇਹ 19 ਸਾਲ ਲਿਖੀ ਹੈ ਜੀ, ਤੇ ਬੱਚੀ ਕੋ ਸ਼ਨਾਖਤੀ ਕਰਦਾ, ਵੇਖੋ ਨਾ, ਖਾਨਾ ਖਾਲੀ ਛੱਡ ਦਿੱਤਾ ਜੀ। ਅਗਰ ਇਹ ਖਾਨਾ ਜਿਹੜਾ ਵੇ ਖਾਲੀ ਛੱਡਿਆ, ਤੇ ਵਜ੍ਹਾ ਲਿਖਣੀ ਪਏਗੀ ਨਾ, ਜੀ, ਲਿਖਣੀ ਚਾਹੀਦੀ ਹੈ, ਠੀਕ ਹੈ ਨਾ। ਇਹ ਦੇਖੋ ਨਾਜ਼ਰੀਨ, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨਾ, ਔਰ ਅਸੀਂ ਤੁਸੀਂ ਸਾਡੀ ਸਕਰੀਨ ਤੇ ਵੇਖੋਗੇ ਕਿ ਬੱਚੀ ਦੀ ਉਮਰ ਜਿਹੜੀ ਹੈ ਉਹ 19 ਸਾਲ ਲਿਖੀ ਗਈ ਹੈ, ਔਰ 6ਵੀਂ ਕਲਾਸ ਦੀ ਬੱਚੀ ਹੈ ਜਿਹਨੂੰ 19 ਸਾਲ ਦੀ ਬੱਚੀ ਡਿਕਲੇਅਰ ਕੀਤਾ ਗਿਆ ਹੈ। ਔਰ ਇਹ ਬੜਾ ਬਿਲਕੁਲ ਸਾਡਾ ਤਾਜ਼ਾ ਕੇਸ ਹੈ। ਮੈਂ तमाम ਜਿਹੜੀਆਂ ਮਸੀਹੀ NGOs ਨੇ ਜਿਹੜੀਆਂ ਬੱਚੀਆਂ ਵਾਸਤੇ ਕੰਮ ਕਰ ਰਹੀਆਂ ਨੇ, ਉਹਨਾਂ ਨੂੰ ਵੀ ਚੈਲੰਜ ਦੇ ਰਿਹਾ ਵਾਂ, ਔਰ तमाम ਜਿਹੜੇ ਸਾਡੇ ਵਕਲਾ ਨੇ ਔਰ ਵਕਲਾ ਤਨਜ਼ੀਮਾਂ ਨੇ ਮਸੀਹੀ, ਉਹਨਾਂ ਨੂੰ ਵੀ ਚੈਲੰਜ ਦੇ ਰਿਹਾ ਵਾਂ ਕਿ ਤੁਹਾਡੇ ਕੋਲ ਸਟੱਡੀ ਕੇਸ ਹੈ, ਇਹ ਦੇਖੋ, ਇਹ ਫੈਸਲਾਬਾਦ ਤੋਂ ਹੈ, ਔਰ ਇਹਦੇ 'ਚ ਬੱਚੀ ਜਿਹੜੀ ਹੈ ਉਹ 13 ਸਾਲ 10 ਮਾਹ ਦੀ ਹੈ, ਲੇਕਿਨ ਉਹਨੂੰ ਜਿਹੜਾ ਸਰਟੀਫਿਕੇਟ ਦਿੱਤਾ ਗਿਆ ਹੈ ਨਿਕਾਹ ਦਾ, ਉਹਦੇ ਤੇ ਉਹਦੀ ਉਮਰ 19 ਸਾਲ ਹੈ, ਔਰ 19 ਸਾਲ ਲਿਖਣ ਦੇ ਬਾਵਜੂਦ ਉਹਦਾ ਜਿਹੜਾ ਕੌਮੀ ਸ਼ਨਾਖਤੀ ਕਾਰਡ ਹੈ ਉਹਦੀ ਜਗ੍ਹਾ ਖਾਲੀ ਛੱਡੀ ਗਈ ਹੈ। ਅਗਲੀ ਗੱਲ ਮੈਂ ਤੁਹਾਨੂੰ ਦੱਸਦਾ ਜੀ, ਇਸੇ ਦੀ, ਠੀਕ ਹੈ। ਅਗਰ ਉਹਦੇ ਕੋਲ ਸ਼ਨਾਖਤੀ ਕਾਰਡ ਉਸ ਟਾਈਮ ਨਹੀਂ, ਜੀ, ਠੀਕ ਹੈ, ਤੇ ਇੱਥੇ ਲਿਖ ਦਿੰਦੇ ਜੀ, ਕਿ ਜਨਾਬ ਇਹਦੇ ਕੋਲ ਸ਼ਨਾਖਤੀ ਕਾਰਡ ਨਹੀਂ, ਲੇਕਿਨ ਅਸੀਂ ਮੁਖਤਲਿਫ ਜ਼ਰਾਏ ਨਾਲ, ਠੀਕ ਹੈ ਨਾ, ਪਤਾ ਕੀਤਾ ਇਹਦੀ ਉਮਰ 19 ਸਾਲ ਨਿਕਲੀ ਹੈ, ਠੀਕ ਹੈ ਜੀ। ਇਹ ਜ਼ਰਾਏ ਕਿਹਨੂੰ ਲੱਭਣੇ ਚਾਹੀਦੇ ਹੈ? ਪੁਲਿਸ ਨੂੰ, ਜੀ, ਸਮਝ ਗਏ। ਹੁਣ ਸੁਪਰੀਮ ਕੋਰਟ ਦਾ ਇੱਕ ਫੈਸਲਾ ਹੈ, ਫਿਰ ਪਤਾ ਕੀ ਕਰਦੇ ਨੇ, ਫਿਰ ਜਨਾਬ ਬੱਚੀ ਭੇਜ ਦਿੰਦੇ ਨੇ ਜੀ, ਇਹਦਾ ਆਕਸੀਫਿਕੇਸ਼ਨ ਟੈਸਟ ਕਰਾਓ, ਮੈਡੀਕਲ ਕਰਾਓ ਜੀ, ਕਹਿੰਦੇ ਨੇ ਆਕਸੀਫਿਕੇਸ਼ਨ ਟੈਸਟ, ਇਹ ਜੋ ਉਹਦਾ ਆਕਸੀਫਿਕੇਸ਼ਨ ਟੈਸਟ ਕਰਾਓ। ਹੁਣ ਸੁਪਰੀਮ ਕੋਰਟ ਦਾ ਫੈਸਲਾ ਇੱਕ
ਉਹਨਾਂ ਕਿਹਾ ਜੀ ਆਕਸੀਫਿਕੇਸ਼ਨ ਟੈਸਟ ਉਸ ਬੱਚੀ ਦਾ ਕਰਾਣਾ ਜਿਹੜੀ ਕੋਈ ਗਵਾਚੀ ਲੱਭੇ। ਸਹੀ। ਠੀਕ ਹੈ ਨਾ, ਜਿਹਦੇ ਮਾਂ ਪਿਓ ਨੇ ਨਾ, ਜਿਹਦੇ ਕੋਲ ਡਾਕੂਮੈਂਟਲ ਐਵੀਡੈਂਸ ਹੈ ਨੇ, ਜੀ ਜੀ। ਠੀਕ ਹੈ ਨਾ, ਉਸ ਬੱਚੀਆਂ ਦੀ ਆਕਸੀਫਿਕੇਸ਼ਨ ਟੈਸਟ ਦੀ ਲੋੜ ਕੋ ਨਹੀਂ ਹੈਗੀ। ਹਾਂਜੀ, ਉਹ ਅੰਡਰਸਟੂਡ ਗੱਲ ਹੈ ਕਿ ਹੁਣ ਉਹਨੂੰ ਵੀ ਨਹੀਂ ਮੰਨਦੇ। ਠੀਕ ਹੈ ਨਾ, ਅਸੀਂ ਇਸ ਬੱਚੀ ਦੇ ਆ ਦੇਖੋ 13 ਸਾਲ 10 ਮਹੀਨੇ ਦਾ ਬੇਫਾਰਮ ਦਿੱਤਾ। ਠੀਕ ਹੈ ਨਾ, ਇਹ ਬੇਫਾਰਮ ਆ ਤੁਹਾਡੇ ਸਾਹਮਣੇ। ਠੀਕ ਹੈ, ਇਹ ਪਦਾਇਸ਼ ਸਰਟੀਫਿਕੇਟ ਹੈ। ਔਰ ਇਹ ਤੁਸੀਂ ਨਾਜ਼ਰੀਨ ਦੇਖੋਗੇ ਕਿ ਅਸੀਂ ਆਪਣੇ ਸਕਰੀਨ ਤੇ ਤੁਹਾਨੂੰ ਇਹਦੀ ਸਕੈਨਿੰਗ ਵੀ ਦੇਵਾਂਗੇ ਔਰ ਤੁਸੀਂ ਵੇਖ ਰਹੇ ਹੋ ਕਿ ਇਹ ਬੇਫਾਰਮ ਹੈ ਉਹਦਾ। ਔਰ ਦੇਖੋ ਤੁਸੀਂ ਇਹ ਵੀ ਸਕਰੀਨ 'ਤੇ ਦਿਖਾ ਦਿਓ ਕਿ ਇਹ ਇੱਕ ਪਾਕਿਸਤਾਨ ਦੀ ਸਿਆਸੀ ਜਮਾਤ ਹੈ। ਔਰ ਇਹ ਦੇਖੋ ਇਹ ਉਹਦਾ ਬੱਚੀ ਦਾ ਬੇਫਾਰਮ ਹੈ। ਇਹ ਨਾਦਰਾ ਦਾ ਜਾਰੀ ਕੀਤਾ ਹੋਇਆ ਹਕੂਮਤ ਪਾਕਿਸਤਾਨ ਦਾ, ਯਾਨੀ ਹਕੂਮਤ ਪਾਕਿਸਤਾਨ ਦਾ ਜਾਰੀ ਕੀਤਾ ਹੋਇਆ ਉਮਰ ਦਾ ਜਿਹੜਾ ਸਰਟੀਫਿਕੇਟ ਹੈ ਉਹਨੂੰ ਅਦਾਲਤ, ਜਿਹੜੀ ਹਕੂਮਤ ਪਾਕਿਸਤਾਨ ਦੀ ਆਪਣੀ ਹੀ ਅਦਾਲਤ ਹੈ, ਉਹਨੂੰ ਮੰਨਣ ਵਾਸਤੇ ਤਿਆਰ ਨਹੀਂ ਹੈ। ਹਾਂਜੀ, ਇਹ ਵੀ ਦਿਖਾਓ। ਫਿਰ ਇਹ ਨਿਕਾਹਨਾਮਾ ਰਜਿਸਟਰਡ ਹੁੰਦਾ ਵੀ ਯੂਨੀਅਨ ਕੌਂਸਲ 'ਚ ਜੀ। ਠੀਕ ਹੈ, ਹੁਣ ਮੈਨੂੰ ਦੱਸੋ ਕਿ ਇੱਕ ਨਿਕਾਹਨਾਮਾ ਵੇ ਉਹਦੇ 90% ਕੁਆਇਫਾਂ ਦੇ ਉੱਤੇ ਲਾਈਨਾਂ ਮਾਰੀਆਂ ਨੇ ਜੀ। ਠੀਕ ਹੈ, ਯੂਨੀਅਨ ਕੌਂਸਲ ਦੇਖੋ ਨਾਜ਼ਰੀਨ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਕਿ ਇਹ ਵੇਖੋ ਇਹ 2 ਸਫੇ ਨੇ, ਇਹ ਨਿਕਾਹਨਾਮੇ ਦੇ ਸਫੇ ਨੇ ਔਰ ਇਹ ਉਹ ਸਫੇ ਨੇ ਜਿਹੜੇ ਯੂਨੀਅਨ ਕੌਂਸਲ ਜਾਰੀ ਕਰਦੀ ਹੈ। ਔਰ ਇਹ ਦੇਖੋ ਇਹ ਖਾਲੀ ਹੈ। ਆਹ ਹਕੂਮਤ ਪੰਜਾਬ ਦੇ ਨੇ, ਇਹ ਦੇਖੋ ਉੱਤੇ ਮੋਹਰ ਲੱਗੀ ਹੈ। ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਖਾਲੀ ਹੈ। ਹਾਂਜੀ, ਇਹ ਦਿਓ। ਅੱਛਾ ਹੁਣ ਦੇਖੋ ਇੱਥੇ ਇਹਦਾ ਜੇ 21 ਅਲਫ ਜੀ। ਠੀਕ ਹੈ, ਇੱਕ ਬੱਚੀ ਦਾ ਨਿਕਾਹ ਕੀਤਾ ਉਹਨਾਂ ਨੇ, ਅਸੀਂ ਉੱਤੇ ਨਿਸ਼ਾਨਦੇਹੀ ਕੀਤੀ ਹੈ। ਬੰਦਾ ਪਹਿਲਾਂ ਤੋਂ ਸ਼ਾਦੀशुदा ਨੇ ਕੁਆਰਾ ਲਿਖਿਆ। ਠੀਕ ਹੈ, ਉਹਨੂੰ ਉਸੇ ਤਰ੍ਹਾਂ ਪੁਲਿਸ ਮੰਨਣ ਡਈ ਹੈ। ਠੀਕ ਹੈ ਨਾ, ਉਸੇ ਤਰ੍ਹਾਂ ਯੂਨੀਅਨ ਕੌਂਸਲ 'ਚੋਂ ਰਜਿਸਟਰਡ ਹੋ ਗਿਆ ਵੇ। ਅਸੀਂ ਮਿਲੇ ਸਾਂ, ਯਾਨੀ ਜਿਹੜੇ ਐਵੀਡੈਂਸ ਉਹਨਾਂ ਦੇ ਹੱਕ 'ਚ ਜਾ ਰਹੇ ਨੇ, ਯਾਨੀ ਅਗਵਾ ਕੁਨਿੰਦਗਾਨ ਦੇ ਹੱਕ ਦੇ ਵਿੱਚ ਜਾ ਰਹੇ ਨੇ, ਉਹਨਾਂ ਨੂੰ ਪੁਲਿਸ ਔਰ ਅਦਾਲਤ ਜਿਹੜੀ ਹੈ ਉਹ ਸੱਚਾ ਕੰਸੀਡਰ ਕਰ ਰਹੀ ਹੈ। ਲੇਕਿਨ ਜਿਹੜਾ ਐਵੀਡੈਂਸ ਜਿਹੜਾ ਹੈ ਉਹ ਲੜਕੀ ਦੇ ਮਾਂ-ਬਾਪ ਜਾਂ ਲੜਕੀ ਵਾਲੇ ਪੇਸ਼ ਕਰ ਰਹੇ ਨੇ, ਉਸ ਬੱਚੀ ਮਜ਼ਲੂਮ ਦੇ ਜਿਹੜੇ ਪੇਸ਼ ਕਰ ਰਹੇ ਨੇ, ਉਹ ਜਿਹੜੇ ਨੇ ਉਹ ਝੂਠੇ ਨੇ। ਇਹ ਇੱਕ ਹੀ ਵਕਤ ਦਾ ਤਜ਼ਾਦ ਹੈ। ਔਰ ਇਹ ਵੀ ਦੇਖ ਲਓ, ਇਹ ਵੀ ਨਹੀਂ ਕਿ ਬੱਚੀ ਦੇ ਅਗਵਾ ਤੋਂ ਬਾਅਦ ਬਣਿਆ। ਇਹ ਦੇਖ ਲਓ, ਇਹਦੀ ਇਹ ਦੇਖ ਲਓ ਕਿ ਕਦੋਂ ਬਣਿਆ ਜੀ। ਇਹ 2018। ਹਾਂਜੀ, ਠੀਕ ਹੈ ਨਾ। ਸੁਣੋ, ਅੱਛਾ ਅਸੀਂ ਇਹ ਕਹਿੰਦੇ ਆ ਕਿ ਅਗਰ ਇਹ ਨਿਕਾਹਨਾਮੇ ਦੇ ਕੁਆਇਫ ਜਿਹੜੇ ਨੇ ਨਾ, ਮੈਂ ਮਿਨਿਸਟਰ ਸਾਹਿਬ ਨੇ ਇਨਸਾਨੀ ਹਕੂਕ ਦੇ ਜਿਹੜੇ ਸਾਡੇ ਨੇ ਆਪਣਾ ਆਜ਼ਾਦ ਗਸਟਿਨ ਸਾਹਿਬ, ਅਸੀਂ ਉਹਨਾਂ ਨੂੰ ਪਰਸੋਂ ਮਿਲੇ ਸਾਂ। ਅਸੀਂ ਉਹਨਾਂ ਨੂੰ ਕਿਹਾ ਕਿ ਗੱਲ ਸੁਣੋ ਮੇਰੀ, ਅਗਰ ਇਹ ਨਿਕਾਹਨਾਮੇ ਦੇ ਕੁਆਇਫ ਹੀ ਦਰੁਸਤ ਤਸਲੀਮ ਹੋ ਜਾ, ਮਤਲਬ ਕਿ ਦਰੁਸਤ ਲਿਖੇ ਜਾਣ ਨਾ, ਤੇ ਸਾਡਾ 50% ਮਸਲਾ ਹੱਲ ਹੋ ਜਾਂਦਾ। ਠੀਕ ਹੈ ਨਾ, ਇੱਕ ਜਦੋਂ ਇੱਥੇ ਮਾਈਨਰ ਲਿਖਣਗੇ ਉਦੋਂ ਹੱਥ ਕੰਬਣਗੇ। ਠੀਕ ਹੈ ਨਾ, ਇਸੇ ਮਾਈਨਰ ਨੂੰ ਜਦੋਂ ਉਹਦੇ ਤੇ ਚਾੜਨਗੇ ਕੰਪਿਊਟਰ ਤੇ ਆਪਣਾ ਯੂਨੀਅਨ ਕੌਂਸਲ ਵਾਲੇ, ਠੀਕ ਹੈ ਨਾ, ਉਹਨਾਂ ਨੂੰ ਸਮਝ ਆ ਜਾਏਗੀ। ਸਮਝ ਗਏ, ਕਿਤੇ ਉੱਥੋਂ ਕਿਸੇ ਜਗ੍ਹਾ ਕੰਪਲੇਂਟ ਹੋ ਜਾਏਗੀ। ਸਮਝ ਗਏ। ਅਸੀਂ ਕਹਿੰਦੇ ਆ, ਅਸੀਂ ਪੰਜਾਬ ਹਕੂਮਤ ਅੱਗੇ ਵੀ ਅੱਜ ਦੇ ਮਤਲਬ ਕਿ ਤੁਹਾਡੇ ਜਿਹੜਾ ਆਪਣਾ ਨੈਸ਼ਨਲ TV ਇੱਥੋਂ ਮੁਤਾਲਬਾ ਕਰਨੇ ਆ ਪੰਜਾਬ ਹਕੂਮਤ ਅੱਗੇ ਕਿ ਅਗਰ ਤੇ ਇਹ ਤੁਹਾਡਾ ਜੀ, ਠੀਕ ਹੈ ਨਾ, ਇਹ ਹਕੂਮਤੀ ਡਾਕੂਮੈਂਟ ਹੈ, ਤੇ ਫਿਰ ਇਹਦੇ ਖੁਦਾ ਦੇ ਬੰਦੇ ਉਹਦੇ ਕੁਵਾਏ ਵੀ ਹੁਣ ਦੇਖੋ ਨਾ 21 ਅਲਫ ਜਿਹੜਾ ਹੁਣ ਇੱਕ ਕੇਸ ਦੇ ਵਿੱਚ ਅਸੀਂ ਨਿਸ਼ਾਨਦੇਹੀ ਕੀਤੀ ਕਿ ਬੰਦਾ ਪਹਿਲਾਂ ਤੋਂ ਸ਼ਾਦੀशुदा, ਠੀਕ ਹੈ ਨਾ, ਤੇ ਇੱਥੇ ਉਹਨੇ ਕੁਆਰਾ ਲਿਖਿਆ ਵੇ। ਵੇਖੋ ਅਗਰ ਇਹ ਬਾਤਲ ਹੈ ਜੀ, ਠੀਕ ਹੈ ਨਾ, ਤੇ ਬਾਤਲ ਕੰਮ ਕਰਨ ਵਾਸਤੇ ਜਦੋਂ ਮਜ਼ਹਬ ਦੀ ਤਬਦੀਲੀ ਹੋਵੇ, ਫਿਰ ਦੱਸੋ ਮਜ਼ਹਬ ਦੀ ਤਬਦੀਲੀ ਤਾਂ ਨਾ ਹੋਈ। ਠੀਕ ਹੈ ਨਾ, ਉਹਨਾਂ ਨੂੰ ਖਿਆਲ ਕਰਨਾ ਚਾਹੀਦਾ। ਦੇਖੋ ਇਹ ਜਿਹੜੇ ਸ਼ੋਰ ਹੈ ਨਾ ਹਰ ਪਾਸੇ ਕਿ ਜੀ ਫਲਾਣੀ ਚੀਜ਼ ਵੀ ਗੈਰ ਇਸਲਾਮੀ, ਫਲਾਣੀ ਵੀ ਗੈਰ ਇਸਲਾਮੀ, ਅਸੀਂ ਆਪਣੇ ਮੁਸਲਮਾਨ ਭਰਾਵਾਂ ਨੂੰ ਨਿਸ਼ਾਨਦੇਹੀ ਕਰਾਉਣ ਡਏ ਆ। ਠੀਕ ਹੈ ਨਾ, ਕਿ ਇਹ ਜੋ ਹੋ ਰਿਹਾ ਨਾ ਇਹ ਗੈਰ ਇਸਲਾਮੀ ਹੈ। ਠੀਕ ਹੈ ਨਾ, ਔਰ ਨਿਸ਼ਾਨਦੇਹੀ ਕੌਣ ਕਰਨ ਡਿਆ? ਬਤੌਰ ਮਸੀਹ ਮੈਂ ਕਰਨ ਡਿਆ ਵਾ। ਠੀਕ ਹੈ ਨਾ, ਮੈਨੂੰ ਪਤਾ ਇਸਲਾਮ ਕੀ ਹੈ, ਮੈਨੂੰ ਪਤਾ ਇਸਲਾਮ ਦੀ ਰਿਸਪੈਕਟ ਕੀ ਹੈ। ਠੀਕ ਹੈ ਨਾ, ਔਰ ਮੈਨੂੰ ਪਤਾ ਕਿ ਇਸਲਾਮ ਜਿਹੜਾ ਵੇ ਉਹ ਮੁਖਤਲਿਫ ਚੀਜ਼ਾਂ ਦੇ ਬਾਰੇ ਕੀ ਕਹਿੰਦਾ। ਠੀਕ ਹੈ ਨਾ, ਇਸ ਲਈ ਇਹੋ ਜਿਹੀਆਂ ਹਰਕਤਾਂ ਦੇ ਅਗੇਂਸਟ ਇਸਲਾਮ ਨੂੰ ਜਿਹੜਾ ਇਸਤੇਮਾਲ ਕੀਤਾ ਜਾ ਰਿਹਾ ਵੇ, ਇਹਦੇ ਤੇ ਮੁਸਲਮਾਨ ਭਰਾਵਾਂ ਨੂੰ ਵੀ ਸ਼ੋਰ ਵੇਲਾ ਪਾਉਣਾ ਚਾਹੀਦਾ ਕਿ ਭਾਈ ਇਹਦੀ ਐਕਸੈਪਟੈਂਸ ਇੱਥੇ ਕੋਈ ਨਹੀਂ ਹੈਗੀ। ਠੀਕ ਹੈ ਨਾ, ਮੈਂ ਕਹਿੰਦਾ ਵਾ ਕਿ ਸਿਰਫ ਬਾਕੀ ਛੱਡ ਦੋ, ਹਰ ਸ਼ੈ ਬਾਕੀ ਵਾਅਦੇ ਛੱਡ ਦੋ, ਸਿਰਫ ਤੁਸੀਂ ਮਿਲਾਵਟ ਦੇ ਉੱਤੇ ਸਖਤ ਕਵਾਨੀਨ ਬਣਾ ਦਿਓ। ਠੀਕ ਹੈ ਨਾ, ਮੁਲਕ ਵੇਖੋ ਕਿਵੇਂ ਸਿੱਧਾ ਹੁੰਦਾ। ਅੱਜ ਕੱਲ ਹਕੂਮਤ ਇੱਕ ਨਵਾਂ ਬਿੱਲ ਲੈ ਕੇ ਆਈ ਹੈ ਜਬਰੀ ਮਜ਼ਹਬ ਤਬਦੀਲੀ ਦੇ ਖਿਲਾਫ, ਇੰਸਦਾਦੇ ਜਬਰੀ ਮਜ਼ਹਬ ਤਬਦੀਲੀ ਦਾ ਇੱਕ ਬਿੱਲ ਲੈ ਕੇ ਆਈ ਹੈ। ਉਹਦੇ ਬਾਰੇ ਸਾਡੀ ਧੀ, ਸਾਡੀ ਇੱਜ਼ਤ ਜਿਹੜੀ ਹੈ ਉਹ ਜਮਾਤ ਕੀ ਕਹਿੰਦੀ ਹੈ? ਅਸੀਂ ਦੇਖੋ ਜੀ, ਪੂਰੇ ਪਾਕਿਸਤਾਨ ਦੇ ਵਿੱਚੋਂ
ਰੱਦੇ ਅਮਲ ਨਹੀਂ ਸੀ ਆ ਰਿਹਾ, ਜਿਹੜਾ ਬਾਜ਼ਾਰ ਤੇ ਇਨਸਾਨੀ ਆਪਣਾ ਮਜ਼ਬੀ ਮੂਰ ਮਜ਼ਬੀ ਨਹੀਂ ਇਨਸਾਨੀ ਹਕੂਕ ਵਫਾਕੀ ਜੀ 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 ਵਫਾਕੀ ਜੀ ਉਹਨਾਂ ਨੇ ਸ਼ੀਰੀ ਮਜ਼ਾਰੀ ਸਾਹਿਬ ਬਾਰੇ ਹਾਂਜੀ। ਹਾਂਜੀ ਔਰ ਇਹਦੇ ਵਿੱਚ ਬੜੀ ਮਿਹਨਤ ਕੀਤੀ ਹੈ ਜੀ ਸੁਣੋ, ਔਰ ਉਹਦੇ ਵਿੱਚ ਵੀ 80 ਕੇਸ ਹਾਈਲਾਈਟ ਕੀਤੇ, 2-3 ਐਸੇ, ਜੀ ਠੀਕ ਹੈ ਨਾ, ਜਿਹਦੇ ਉੱਤੇ ਨੋਟਿਸ ਲਿਆ ਗਿਆ। ਜੀ ਔਰ ਇੱਕ ਕੇਸ ਦੇ ਵਿੱਚ, ਫਰਾਸ਼ਾਹੀਨ ਕੇਸ ਦੇ ਵਿੱਚ ਤੇ ਸੈਨੇਟ 'ਚ ਅਸੀਂ ਜਾਂਦੇ ਰਹੇ ਹਾਂ, ਠੀਕ ਹੈ ਨਾ, ਵਜ਼ਾਰਤ ਇਨਸਾਨੀ ਹਕੂਕ ਨੇ। ਔਰ ਜਦੋਂ ਅਸੀਂ ਸੈਨੇਟ ਦੇ ਸਾਹਮਣੇ ਪੇਸ਼ ਹੋਏ ਹਾਂ ਤੇ ਉੱਥੇ ਕਾਕੜ ਸਾਹਿਬ ਜੀ ਨੂੰ ਉਹਨਾਂ ਨੇ ਬਣਾਇਆ ਸੀ, ਉਸਮਾਨ ਕਾਕੜ ਸਾਹਿਬ ਸੈਨੇਟਰ ਜਿਹੜੇ ਸ਼ਹੀਦ ਹੋਏ ਨੇ, ਜਿਨ੍ਹਾਂ ਨੂੰ ਕਤਲ ਕੀਤਾ ਗਿਆ ਵੇ, ਉਹਨਾਂ ਨੇ ਬਣਾਇਆ ਸੀ ਕਿ ਤੁਸੀਂ ਇਹਨਾਂ ਕੇਸਿਸ ਨੂੰ ਦੇਖੋ, ਠੀਕ ਹੈ ਨਾ, ਅਗਰ ਤੁਹਾਨੂੰ ਇਹਦੇ 'ਚ ਨਜ਼ਰ ਆਉਂਦਾ ਹੈ ਕਿ ਤਬਦੀਲੀ ਮਜ਼ਹਬ ਹੈ ਵੇ, ਜੀ ਠੀਕ ਹੈ ਨਾ, ਔਰ ਇਹ ਵਾਕਈ ਜਬਰ ਹੈ, ਤੇ ਇਹਦੇ ਕਾਨੂੰਨ ਸਾਜ਼ੀ ਵਾਸਤੇ ਤੁਸੀਂ ਆਪਣੀਆਂ ਸਿਫਾਰਸ਼ਾਂ ਵਾਸਤੇ ਉਹਨਾਂ ਨੇ ਇੱਕ ਕਮੇਟੀ ਬਣਾਤੀ, ਉਹਦੇ ਇੰਚਾਰਜ ਹੋ ਸਨ, ਠੀਕ ਹੈ ਨਾ। ਅਸੀਂ ਇੱਕ ਆਪਣਾ ਤੇ ਉੱਥੇ ਉਦਣ ਸਨ ਆਪਣਾ ਜਮਾਤ ਇਸਲਾਮੀ ਦੇ ਅਮੀਰ, ਜੀ ਠੀਕ ਹੈ ਨਾ, ਸਿਰਾਜੁਲ ਸਿਰਾਜੁਲ ਹਕ ਸਾਹਿਬ, ਜੀ ਠੀਕ ਹੈ, ਇੱਕ ਮੀਟਿੰਗ ਦੇ ਵਿੱਚ ਉਹਨੂੰ ਉਦਣ ਚੇਅਰ ਕਰਨ ਦੇ ਸਨ ਮਿਸਟਰ ਮੁਹੰਮਦ ਅਲੀ ਸਾਹਿਬ ਜੀ ਸਮਝ ਗਏ। ਔਰ ਬਹਿਸ ਹੋ ਰਹੀ ਸੀ ਕਿਤੇ ਤੇ ਕਿ ਜਿਹੜਾ ਕਮਸਨ ਬੱਚੀਆਂ ਦਾ ਗਵਾਹ, ਜੀ ਠੀਕ ਹੈ, ਉਹ 'ਚ ਸਿਰਾਜੁਲ ਹਕ ਸਾਹਿਬ ਕਹਿ ਰਹੇ ਸਨ ਕਿ ਜਿਹੜਾ ਇਹ ਨਾ ਆਪਣਾ ਕਮਸਨ ਬੱਚੀਆਂ ਨਾਲ ਜਿਨਸੀ ਤਲਕ ਤੇ ਗਵਾਹ, ਜਿਹੜਾ ਜਿਨਸੀ ਤਲਕ ਵਾਸਤੇ ਗਵਾਹ ਜਿਹੜਾ ਵੇ, ਇਹਦੇ ਨਾਲ ਜਿਹੜੀ 376 ਲੱਗਦੀ ਹੈ ਨਾ, ਇਹਦੇ ਨਾਲ ਲਾਜ਼ਮੀ 365 ਦਾ ਪਰਚਾ ਕੱਢ ਦਿੰਦੇ ਨਾ ਗਵਾਹ ਦਾ, ਜੀ ਜੀ ਠੀਕ ਹੈ ਨਾ। ਉਹ ਕਹਿੰਦੇ ਨੇ ਕਿ ਇਹਦੇ ਨਾਲ 376 ਲਾਜ਼ਮੀ ਲਾਓ, ਬਿਲਕੁਲ ਜੀ, ਤੇ ਉਸ ਬੱਚੇ ਉਹ ਇਹ ਜ਼ਨਾ 376 ਜ਼ਨਾ, ਜਨਾਬ ਬਿਲਕੁਲ ਹਾਂਜੀ। ਔਰ ਉਹ ਕਹਿ ਰਹੇ ਸਨ ਕਿ ਇਹਦੀ ਉਮਰ ਕੈਦ ਨਾ ਰੱਖੋ, ਇਹਦੀ ਸਜ਼ਾਏ ਮੌਤ ਰੱਖੋ, ਠੀਕ ਹੈ ਨਾ। ਹੁਣ ਦੇਖੋ ਨਾ, ਉੱਥੇ ਬਹਿ ਕੇ ਕੀ ਗੱਲ ਕੀਤੀ, ਸਮਝ ਗਏ, ਸਾਨੂੰ ਬੜੀ ਖੁਸ਼ੀ ਹੋਈ ਕਿ ਯਾਰ ਸਾਡੀਆਂ ਮਤਲਬ ਕਿ ਅਗਰ ਮਾਈਨਰ ਬੱਚੀਆਂ ਜਾਣਗੇ ਤੇ ਉਹਨਾਂ ਦਾ ਪਰਚਾ ਕੱਟਿਆ ਜਾਏਗਾ ਗਵਾਹ ਦਾ, ਤੇ ਨਾਲ ਤਨਾਹ ਦਾ ਪਰਚਾ ਕੱਟਿਆ ਜਾਏਗਾ, ਤੇ ਸਾਡਾ ਤਹਫੁਜ਼ ਹੋ ਜਾਏਗਾ, ਅਸੀਂ ਬੜੇ ਖੁਸ਼ ਹੋਏ, ਠੀਕ ਹੈ ਨਾ। ਇਸੇ ਗੱਲ ਨੂੰ ਜਦੋਂ ਵਜ਼ਾਰਤ ਇਨਸਾਨੀ ਹਕੂਕ ਨੇ ਕਿਹਾ ਜੀ ਕਿ ਜਿਹੜੇ ਇਹੋ ਜਿਹੇ ਕੇਸਿਸ ਨੇ ਨਾ, ਇਹਦੇ ਵਿੱਚ ਜਿਹੜੀ ਏਜ ਹੈ ਨਾ, ਚੂੰਕਿ ਇਹਨੂੰ ਦੇਖਣਾ ਨਾ, ਹਾਂਜੀ ਬਿਲਕੁਲ, ਠੀਕ ਹੈ ਨਾ, ਇਹ ਵੀ ਤੇ ਡਾਕੂਮੈਂਟ ਸਾਹਮਣੇ ਹੈ ਨਾ। ਉਹਨਾਂ ਕਿਹਾ ਜੀ ਤੁਸੀਂ ਕਨਵਰਸ਼ਨ ਦੀ ਜਿਹੜੀ ਹੈ ਨਾ ਏਜ ਰੱਖ ਦਿਓ 18 ਸਾਲ, ਠੀਕ ਹੈ ਨਾ। ਉੱਥੇ ਹੁਣ ਮੈਨੂੰ ਦੱਸੋ ਤੁਸੀਂ, ਜਿਹੜਾ ਮਤਲਬ ਕਿ ਜਮਾਤ ਇਸਲਾਮੀ ਦੇ ਸਿਰਾਜੁਲ ਹਕ ਸਾਹਿਬ ਜਿਹੜੇ ਉੱਥੇ ਬਹਿ ਕੇ ਸੈਨੇਟ 'ਚ ਕਹਿ ਰਹੇ ਨੇ ਕਿ ਇਹਦੇ ਨਾਲ, ਇਸ ਅਗਵਾਹ ਦੇ ਨਾਲ, ਠੀਕ ਹੈ ਨਾ, ਤੁਸੀਂ 376 ਲਾ ਕੇ ਇਹਨੂੰ ਜ਼ਨਾਹ 'ਚ ਤਬਦੀਲ ਕਰੋ, ਠੀਕ ਹੈ ਨਾ, ਔਰ ਇਹਦੀ ਸਜ਼ਾਏ ਮੌਤ ਰੱਖੋ। ਹੁਣ ਅਗਰ ਵਜ਼ਾਰਤ ਇਨਸਾਨੀ ਹਕੂਕ ਨੇ, ਠੀਕ ਹੈ ਨਾ, ਮਾਈਨੋਰਿਟੀਜ਼ ਦੇ ਬੱਚਿਆਂ ਨੂੰ, ਮਿਨੋਰਟੀ ਨੂੰ ਛੱਡ ਦੋ, ਹਾਂਜੀ, ਠੀਕ ਹੈ ਨਾ, ਸਾਰੀਆਂ ਬੱਚੀਆਂ ਵਾਸਤੇ, ਔਰ ਬਾਕੀ ਵੀ ਜਿਹੜੀਆਂ ਮਾਈਨਰ ਬੱਚੀਆਂ ਨਾ ਮੁਸਲਮਾਨ, ਉਹਨਾਂ ਨਾਲ ਵੀ ਇੰਝ ਹੀ ਹੁੰਦਾ ਹੈ, ਜਾਲਸਾਜ਼ੀ, ਜੀ, ਠੀਕ ਹੈ ਨਾ। ਇਸ ਜਾਲਸਾਜ਼ੀ ਦੇ ਅੱਗੇ ਰਿਆਸਤ ਹਕੂਮਤ ਨੇ ਡੱਕਾ ਲਾਉਣ ਵਾਸਤੇ, ਔਰ ਇਹ ਬੜੀ ਵੱਡੀ ਗੱਲ ਜੇ, ਪਹਿਲਾਂ ਅਸੀਂ ਕਹਿੰਦੇ ਸਾਂ ਕਿ ਜਬਰਨ ਤਬਦੀਲੀ ਹੈ ਮਜ਼ਹਬ ਹੈ, ਠੀਕ ਹੈ ਨਾ, ਹੁਣ ਤੇ ਹਕੂਮਤ ਨੇ ਮੰਨ ਲਿਆ ਕਿ ਜਬਰਨ ਤਬਦੀਲੀ ਮਜ਼ਹਬ ਹੈ, ਠੀਕ ਹੈ ਨਾ, ਤੇ ਉਹਦੇ ਵਾਸਤੇ ਬਿੱਲ ਭੇਜ ਦਿੱਤਾ, ਕਾਨੂੰਨ ਸਾਜ਼ੀ ਵਾਸਤੇ ਪ੍ਰੋਹਿਬਿਸ਼ਨ ਕਰਾਰ ਦੇ ਦਿੱਤੀ, ਠੀਕ ਹੈ ਨਾ। ਉਹਦਾ ਨਾਮ ਹੈ ਪ੍ਰੋਹਿਬਿਸ਼ਨ ਅਗੇਂਸਟ ਫੋਰ ਕਨਵਰਸ਼ਨ 2021, ਜੀ ਬਿਲਕੁਲ, ਠੀਕ ਹੈ ਨਾ। ਤੇ ਉਹ ਪਹਿਲਾਂ ਸਾਨੂੰ ਦਲੀਲਾਂ ਦਿੰਦਿਆਂ ਬਹੁਤ ਟਾਈਮ ਲੱਗਦਾ ਸੀ, ਹੁਣ ਹਕੂਮਤ ਨੇ ਖੁਦ ਮੰਨ ਲਿਆ, ਹਾਂਜੀ, ਠੀਕ ਹੈ ਨਾ, ਔਰ ਇਹ ਹਕੂਮਤੀ ਬਿੱਲ ਜੇ, ਮਤਲਬ ਹਾਂਜੀ ਮੈਨੂੰ ਪਤਾ ਹੈ ਹਕੂਮਤੀ ਬਿੱਲ ਹੈ। ਔਰ ਦੇਖੋ ਅਸੀਂ ਹਕੂਮਤ ਦੇ ਇਸ ਕਰਕੇ ਸ਼ੁਕਰਗੁਜ਼ਾਰ ਵੀ ਹਾਂ ਕਿ ਉਹਨਾਂ ਨੇ ਮਾਈਨੋਰਿਟੀਜ਼ ਨੂੰ ਤਹਫੁਜ਼ ਦੇਣ ਵਾਸਤੇ ਗੱਲ ਕੀਤੀ ਹੈ। ਅੱਛਾ ਮਨਜ਼ੂਰ ਸਾਹਿਬ, ਤੁਸੀਂ ਸਾਡੇ ਨਾਲ ਤਸ਼ਰੀਫ ਰੱਖਦੇ ਹੋ, ਗੱਲ ਜ਼ਰਾ ਲੰਬੀ ਹੋ ਗਈ। ਸਾਡੀ ਬੇਟੀ ਸਾਡੀ ਇੱਜ਼ਤ, ਜੀ ਜੀ, ਇਹਦੇ ਐਸ ਕੇ ਕੇਸਿਸ ਤੋਂ ਇਲਾਵਾ ਤੁਹਾਡੀ ਕੀ ਕਾਰਕਰਦਗੀ ਹੈ, ਤੁਸੀਂ ਕੀ ਕਰਦੇ ਹੋ ਆਵਾਮ ਦੇ ਵਿੱਚ, ਕਿਸ ਤਰ੍ਹਾਂ ਦੀਆਂ ਤੁਹਾਡੀਆਂ ਐਕਟੀਵਿਟੀਜ਼ ਨੇ? ਬਹੁਤ ਸ਼ੁਕਰੀਆ ਨਾਸਰ ਸਾਹਿਬ, ਮੈਂ ਦੂਸਰੇ ਤੁਹਾਡੇ ਚੈਨਲ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿੰਨਾ ਟਾਈਮ ਦਿੱਤਾ ਕਿ ਅਸੀਂ ਇਹਦੇ 'ਤੇ ਕੋਈ ਗੱਲਬਾਤ ਕਰ ਸਕੀਏ। ਸਾਡੀ ਬਹੁਤ ਸਾਰੀ ਐਕਟੀਵਿਟੀ ਜਿਹੜੀ ਨੇ ਉਹ ਮਿਨੋਰਟੀ ਦੇ ਨਾਲ ਨੇ, ਮਿਨੋਰਟੀ ਤੋਂ ਹਟ ਕੇ ਮੁਸਲਿਮ ਕਮਿਊਨਿਟੀ 'ਚ ਵੀ ਨੇ, ਬੱਚੀਆਂ ਦੇ ਹਵਾਲੇ ਨਾਲ, ਕਿ ਜਿਹੜੀ ਉਹਨਾਂ ਬੱਚੀਆਂ ਨਾਲ ਜ਼ੁਲਮ ਜ਼ਿਆਦਤੀ, ਅਸੀਂ ਉਹਦੀ ਵੀ ਆਵਾਜ਼ ਬਣਨੇ ਆ। ਕੁਝ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਅਸੀਂ ਉਹਨੂੰ ਜ਼ਾਤੀ ਤੌਰ 'ਤੇ ਕਰਨੇ ਆ, ਕੁਝ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਸਾਨੂੰ ਸਪੋਰਟ ਲੈਣੀ ਪੈਂਦੀ ਹੈ ਕਾਨੂੰਨ ਦੀ,
ਜਾਂ ਕਿਸੇ ਕਾਨੂੰਨੀ ਅਦਾਰੇ ਦੀ ਜਾਂ ਰਿਆਸਤ ਦੇ ਕਿਸੇ ਐਸੇ ਅਦਾਰੇ ਦੀ, ਮਤਲਬ ਕਿਸੇ ਅਸੈਂਬਲੀ ਦੀ, ਕਿਸੇ ਫੋਰਮ ਦੀ, ਤੇ ਉਹ ਅਸੀਂ ਲੈ ਕੇ ਤੇ ਅਸੀਂ ਲੋਕਾਂ ਨਾਲ ਚੱਲਦੇ ਹਾਂ, ਉਹਨਾਂ ਦੀ ਆਵਾਜ਼ ਬਣਨੇ ਆ। ਮੈਂ ਨਾ ਕਿ ਸਾਡਾ ਆਵਾਜ਼ ਬਣਨਾ ਲੋਕਾਂ ਲਈ ਇੱਕ ਸਤੂਨ, ਇੱਕ ਪਾਵਰ ਹੈ, ਉਹਨਾਂ ਲਈ ਹੌਸਲਾ ਹੈ। ਤੇ ਇਸ ਲਈ ਅਸੀਂ ਸਾਡੀ ਬੇਟੀਆਂ ਹਮਾਰੀ ਬੇਟੀਆਂ ਹਮਾਰੀ ਇੱਜ਼ਤ ਇਸ ਮੁਹਿੰਮ ਦਾ ਆਗਾਜ਼ ਕੀਤਾ ਸੀ, ਇਸ ਤਹਿਰੀਕ ਦਾ ਆਗਾਜ਼ ਕੀਤਾ ਸੀ, ਜਿਸ ਤਰ੍ਹਾਂ ਲਾਲਾ ਜੀ ਹੋਰਾਂ ਨੇ ਦੱਸਿਆ ਕਿ 3 ਸਾਲ ਪਹਿਲੇ ਇਹਨੂੰ ਅਸੀਂ ਤਹਿਰੀਕ ਦਾ ਰੰਗ ਦਿੱਤਾ। ਠੀਕ ਹੈ ਕਿ ਤਹਿਰੀਕ ਜਿਹੜੀ ਹੈ ਅਸੀਂ ਇਸ ਲਈ ਚਲਾ ਰਹੇ ਹਾਂ ਕਿ ਸਾਡੀਆਂ ਬੱਚੀਆਂ ਦਾ ਤਹੱਫਜ਼ ਕੀਤਾ ਜਾਏ। ਗੱਲ ਜਬਰੀ ਮਜ਼ਹਬ ਤਬਦੀਲੀ ਦੀ ਵੀ ਹੋਣ ਡਈ ਸੀ। ਕੋਈ ਵੀ ਇਨਸਾਨ ਜਿਹੜਾ ਹੈ ਪਾਕਿਸਤਾਨ ਦਾ ਸ਼ਹਿਰੀ ਜਾਂ ਰਿਆਸਤ ਦਾ ਸ਼ਹਿਰੀ ਹੈ, ਇਹ ਉਹ ਆਪਣੇ ਤੌਰ 'ਤੇ ਆਜ਼ਾਦ ਹੈ, ਕੋਈ ਵੀ ਮਜ਼ਹਬ ਅਪਣਾ ਸਕਦਾ, ਕਿਸੇ ਵੀ ਮਜ਼ਹਬ 'ਚ ਜਾ ਸਕਦਾ, ਇਹਦੇ 'ਤੇ ਕੋਈ ਇਤਰਾਜ਼ ਨਹੀਂ ਕਿ ਉਹ ਜਾਏ। ਹਾਂ, ਅਗਰ ਹਕੂਮਤ ਜਾਂ ਰਿਆਸਤ ਡਿਕਲੇਅਰ ਕਰਨ ਡਈ ਹੈ ਕਿ ਇਸ ਏਜ ਤੱਕ ਇਹ ਬੱਚਾ ਜਿਹੜਾ ਨਾਬਾਲਗ ਹੈ, ਇਹਦੀ ਸਮਝ ਬੂਝ ਇਹਨੂੰ ਕੋਈ ਨਹੀਂ, ਇਹ ਮੈਚੋਰ ਨਹੀਂ, ਜੀ ਲਿਹਾਜ਼ਾ ਉਹਦੀ ਗੱਲ ਜਿਹੜੀ ਹੈ ਕੋਈ ਪਾਇਦਾਰ ਨਹੀਂ ਹੈ, ਉਹਦੀ ਗੱਲ ਨੂੰ ਨਹੀਂ ਮੰਨਿਆ ਜਾਂਦਾ, ਨਾ ਉਹ ਵੋਟ ਪਾ ਸਕਦਾ, ਨਾ ਉਹ ਕਿਸੇ ਵੀ ਇਸ਼ੂ 'ਤੇ ਗੱਲ ਕਰ ਸਕਦਾ, ਨਾ ਉਹ ਕਿਸੇ ਫੋਰਮ 'ਤੇ ਬੋਲ ਸਕਦਾ, ਕਿਉਂਕਿ ਉਹਦੀ ਗਵਾਹੀ ਵੀ ਨਹੀਂ ਮੰਨੀ ਜਾਂਦੀ, ਕਿਉਂਕਿ ਉਹ ਬੱਚਾ ਜਿਹੜਾ ਹੈ ਉਹ ਜ਼ਿਹਨੀ ਤੌਰ 'ਤੇ ਬਾਲਗ ਨਹੀਂ ਹੋਇਆ, ਉਹਦੀ ਸਮਝ ਬੂਝ ਦੀ ਅਪਰੋਚ ਉਹ ਨਹੀਂ ਹੈ। ਇਸੇ ਤਰ੍ਹਾਂ ਹੀ ਮੈਂ ਇੱਕ ਗੱਲ ਕਰਾਂਗਾ ਕਿ ਅਗਰ ਇਹ ਬੱਚੇ ਨੇ ਤੇ ਇਹ ਇਸਲਾਮ ਕਬੂਲ ਕਰ ਲੈਂਦੇ ਨੇ, ਜਿਹੜੀਆਂ ਬੱਚੀਆਂ ਜਾਂ ਬੱਚੇ ਨੇ ਉਹ ਇਸਲਾਮ ਕਬੂਲ ਕਰ ਲੈਂਦੇ ਨੇ, ਉਹਨਾਂ ਦੀ ਗੱਲ ਨੂੰ ਅਥੈਂਟਿਕ ਮੰਨਿਆ ਜਾਂਦਾ। ਤੇ ਜਿਹੜੀ ਪਾਗਲ ਔਰਤ ਹੈ, ਪਾਗਲ ਬੱਚੀ ਹੈ, ਉਹ ਵੀ ਤੇ ਬਾਲਗ ਹੋ ਜਾਂਦੀ ਹੈ ਜਿਸਮਾਨੀ ਤੌਰ 'ਤੇ, ਉਹਦੇ ਵੀ ਤੇ ਉਹੀ ਕੰਡੀਸ਼ਨ ਨੇ ਜਿਹੜੀ ਇਸ ਬੱਚੀ ਦੇ ਨੇ। ਇਹਦਾ ਮੈਡੀਕਲ ਮੰਨ ਲਿਆ ਜਾਂਦਾ ਹੈ ਕਿ ਬਾਲਗ ਹੋ ਗਈ ਹੈ, ਉਸ ਪਾਗਲ ਨੂੰ ਪਾਗਲਖਾਨੇ ਭੇਜ ਦਿੱਤਾ ਜਾਂਦਾ। ਆਇਆ ਉਹਦੇ ਨਾਲ ਸ਼ਾਦੀ ਨਹੀਂ ਹੋ ਸਕਦੀ, ਉਹ ਵੀ ਤੇ ਪਾਗਲ ਹੈ ਨਾ। ਉਹ ਇਸ ਲਈ ਸ਼ਾਦੀ ਨਹੀਂ ਉਹਦੇ ਨਾਲ ਕਰਦੇ ਕਿ ਉਹਦਾ ਮੈਂਟਲੀ ਅਪਰੋਚ ਉਹ ਨਹੀਂ, ਉਹਦੇ 'ਚ ਸੋਚਣ ਦੀ ਸਮਝਣ ਦੀ ਤਾਕਤ ਕੋਈ ਨਹੀਂ। ਇਸੇ ਲਈ ਰਿਆਸਤ ਨੇ ਡਿਕਲੇਅਰ ਕੀਤਾ ਕਿ ਇਸ ਏਜ ਤੱਕ ਜਿਹੜਾ ਬੱਚਾ ਉਹਦੀ ਉਹ ਜ਼ਿਹਨੀ ਪਾਵਰ ਨਹੀਂ ਹੁੰਦੀ, ਉਹਨੂੰ ਸੋਚਣ ਸਮਝਣ ਦਾ, ਜੇ ਅਗਰ ਸੋਚਦਾ ਸਮਝਦਾ, ਉਹ ਕੋਈ ਉਹਦਾ ਫਿਊਚਰ ਨਹੀਂ ਹੁੰਦਾ, ਜਾਂ ਉਹਦਾ ਤਲਕ ਕਿਸੇ ਗਹਿਰੀ ਗੱਲ ਨਾਲ ਨਹੀਂ ਹੁੰਦਾ, ਮਜ਼ਬੂਤੀ ਨਾਲ ਨਹੀਂ ਹੁੰਦਾ। ਮੈਂ ਤੇ ਰਿਆਸਤ ਤੇ ਰਿਆਸਤੀ ਅਦਾਰੇ ਜਿਹੜੇ ਨੇ ਉਹਨਾਂ ਤੋਂ ਬੜਾ ਮੈਨੂੰ ਗਿਲਾ ਹੈ, ਤੇ ਮੈਂ ਅਪੀਲ ਵੀ ਕਰਨਾ ਚੀਫ ਜਸਟਿਸ ਸਾਹਿਬ ਅੱਗੇ ਕਿ ਕਮ ਅਜ਼ ਕਮ ਜਿਹੜੇ ਸਾਡੇ ਸੀਨੀਅਰ ਅਦਾਲਤਾਂ ਦੇ ਜੱਜਸ ਨੇ, ਮਿਨੋਰਟੀ ਦੇ ਪੇਪਰ ਨੂੰ ਨਹੀਂ ਪੜ੍ਹਦੇ, ਮਿਸਲ ਨੂੰ ਨਹੀਂ ਪੜ੍ਹਦੇ, ਕੋਈ ਵੀ ਉਹ ਅਸੀਂ ਲੈ ਜਾਈਏ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇਹਨੂੰ ਕਿਸੇ ਤਰ੍ਹਾਂ ਮਗਰੋਂ ਲਾ ਦਈਏ। ਕਿ ਯੂਸਫ ਯੂਨਾ ਤੋਂ ਮੁਹੰਮਦ ਯੂਸਫ ਹੋਇਆ, ਅਸੀਂ ਕੋਈ ਖੱਪ ਪਾਈ ਆ? ਠੀਕ ਹੈ ਨਾ, ਵੀ ਇੱਕ ਬਾਲਗ ਬੰਦਾ ਵੀ ਉਹਨੂੰ ਸੋਚ ਸਮਝ, ਉਹਦੇ ਬੱਚੇ ਨਹੀਂ ਨਾਲ ਹੋਏ, ਅਸੀਂ ਕਿਹਾ ਕਿ ਜਬਰੀ ਤਬਦੀਲੀ ਹੈ ਮਤਲਬ ਹੈ। ਠੀਕ ਹੈ ਨਾ, ਕਿ ਵੀ ਉਹਦੇ ਬੱਚੇ ਨੇ। ਠੀਕ ਹੈ ਨਾ, ਔਰ ਯੂਨਾਈਟਿਡ ਨੇਸ਼ਨ ਦੇ ਵੀ ਆਪਣਾ ਜਿਹੜੇ ਨੇ ਕਵਾਨੀਨ ਨੇ, ਹਾਂਜੀ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮਾਂ-ਬਾਪ ਦੀ ਜਿਹੜੀ ਹੈ ਨਾ ਮਤਲਬ ਉਹਨੂੰ ਉਹੀ ਬੱਚਿਆਂ ਦਾ ਮਤਲਬ ਤਸੱਵਰ ਕੀਤਾ ਜਾਂਦਾ, ਬੱਚਿਆਂ ਦਾ ਤਸੱਵਰ ਕੀਤਾ ਜਾਏਗਾ। ਠੀਕ ਹੈ ਨਾ, ਅਸੀਂ ਕਿੱਥੇ ਕਰਕੇ ਕਰਨੇ ਆ ਇੱਥੇ। ਦੂਸਰਾ ਤੁਸੀਂ ਗੱਲ ਕੀਤੀ ਆਪਣਾ ਹਮਾਰੀ ਬੇਟੀਆਂ ਹਮਾਰੀ ਇੱਜ਼ਤ, ਇਹ ਸਾਡਾ ਸਲੋਗਨ ਆ ਜੀ ਅਸੀਂ ਇਹਦੇ ਵਿੱਚ ਖਵਾਤੀਨ ਤਹਿਰੀਕ ਬਣਾਈ ਹੈ ਜੀ, ਔਰ ਜਿਹਨੂੰ ਅਸੀਂ ਟਾਰਗੇਟ ਰੱਖਿਆ ਕਿ 3 ਮਹੀਨੇ ਚੱਲਣੀ ਹੈ। ਜ਼ਬਰਦਸਤ। ਠੀਕ ਹੈ ਨਾ, ਇਹ ਕੋਈ ਸਾਡੀ ਆਰਗੇਨਾਈਜੇਸ਼ਨ ਨਹੀਂ ਹੈਗੀ। ਅਸੀਂ ਕਾਕਸ ਦੇ ਫੋਰਮ ਤੋਂ ਮਤਲਬ ਕਿ ਮਿਨੋਰਟੀ ਕਾਕਸ ਦੇ ਫੋਰਮ ਦੇ ਉੱਤੋਂ ਪੋਲੀਟੀਕਲ ਇਸ਼ੂਜ਼ ਉੱਤੇ ਗੱਲ ਕਰਦੇ ਰਹਿੰਦੇ ਆ। ਠੀਕ ਹੈ ਨਾ, ਅਸੀਂ ਕਰਦੇ ਰਹਾਂਗੇ ਕਿਉਂਕਿ ਉਹ ਇੱਕ ਆਰਗੇਨਾਈਜੇਸ਼ਨ ਹੈ। ਠੀਕ ਹੈ ਨਾ, ਇਹ ਸਾਡਾ ਸਲੋਗਨ ਸੀ। ਕਿਉਂਕਿ ਮੈਂ ਜ਼ਾਤੀ ਤੌਰ 'ਤੇ ਸਮਝਦਾ ਕਿ ਅਸੀਂ ਬਤੌਰ ਮਰਦ ਜਾਂ ਪਤਾ ਨਹੀਂ ਸਾਡੀ ਗੱਲ 'ਤੇ ਅਸਰ ਕਿਉਂ ਨਹੀਂ ਹੋਣ ਡਿਆ। ਅਸਰ ਤਾਂ ਹੋਇਆ ਵੇ ਕਿ ਅਸੀਂ ਇੰਨੀ ਕੁ ਖੱਪ ਪਾ ਦਿੱਤੀ। ਠੀਕ ਹੈ ਨਾ, ਕਿ ਵਜ਼ਾਰਤ ਇਨਸਾਨੀ ਹਕੂਕ ਨੇ ਸੋਚਣਾ ਪਿਆ ਔਰ ਉਹਨਾਂ ਨੂੰ ਇਹਦੇ 'ਤੇ ਮਤਲਬ ਕਿ ਕਾਨੂੰਨ ਸਾਜ਼ੀ ਵਾਸਤੇ ਬਿੱਲ ਬਣਾਉਣਾ ਪਿਆ। ਠੀਕ ਹੈ ਨਾ, ਲੇਕਿਨ ਅਸੀਂ ਸਮਝਦੇ ਹਾਂ ਕਿ ਅਸੀਂ ਇਹ ਸਮਝਿਆ ਕਿ ਔਰ 3 ਮਹੀਨੇ। ਠੀਕ ਹੈ ਨਾ, ਮੈਂ ਤੁਹਾਡੇ ਇਹਦੇ ਚੈਨਲ ਦੀ ਵਿਸਾਸਤ ਨਾਲ ਆਪਣੀ ਪੂਰੀ ਜਿਹੜੀ ਕ੍ਰਿਸਚਨ ਕਮਿਊਨਿਟੀ ਔਰ ਜਿੰਨੇ ਮਤਲਬ ਕਿ ਮਿਨੋਰਟੀ ਕਮਿਊਨਿਟੀ ਹੈ, ਮੈਂ ਉਹਨਾਂ ਅੱਗੇ ਰਿਕੁਐਸਟ ਕਰਨਾ ਕਿ ਖੁਦਾ ਦੇ ਉਹ ਬੰਦੇ ਉਹ ਸੁਣ ਲਓ। ਵੇਖੋ, ਅਸੀਂ ਜਿਸ ਮੁਲਕ 'ਚ ਰਹੀਏ ਨਾ, ਠੀਕ ਹੈ ਨਾ, ਅਗਰ ਉੱਥੇ ਦੇ ਕਵਾਨੀਨ ਜਾਂ ਉੱਥੇ ਦਾ ਆਇਨ ਜਿਹੜਾ ਵੇ, ਠੀਕ ਹੈ ਨਾ, ਉਹ ਤੁਹਾਡੀ ਆਜ਼ਾਦੀ ਨਾਲ ਮੁਤਾਬਕਤ ਨਾ ਰੱਖਦਾ ਹੋਏ ਤਾਂ ਉਹਦੇ ਵਾਸਤੇ ਕੋਸ਼ਿਸ਼ ਕਰੀ ਦੀ ਹੈ। ਠੀਕ ਹੈ ਨਾ, ਆਹ ਜਿਹੜਾ ਨਾ ਕਿ 24 ਘੰਟੇ ਲੋਕਾਂ ਨੂੰ ਇੱਕੋ ਕੰਮ ਵੱਲ ਲਾਇਆ ਹੋਵੇ, ਦੂਸਰੀ ਆਮਦ ਦੀ ਤਿਆਰੀ ਆ, ਸੌਰੀ ਟੂ ਸੇ। ਠੀਕ ਹੈ ਨਾ, ਇਹ 70 ਸਾਲ ਬੜੇ ਅਹਿਮ ਨੇ। ਔਰ ਜੇ ਅਸੀਂ ਪਾਕਿਸਤਾਨ 'ਚ ਰਹਿਣਾ ਨਾ, ਤੇ ਸਾਨੂੰ ਇੱਕ ਕੋਸ਼ਿਸ਼ ਲਾਜ਼ਮੀ ਕਰਨੀ ਪੈਣੀ ਹੈ ਕਿ ਅਸੀਂ ਇੱਥੇ ਰਹਿਣਾ ਕਿਵੇਂ ਹੈ।
ਠੀਕ ਹੈ ਨਾ। ਅਸੀਂ ਸ਼ਰਾਕਤਦਾਰੀ ਦਾ ਅਸੀਂ ਘਰ ਬੈਠੇ ਇਤਰਾਜ਼ਾਤ ਕਰਨੇ ਆ। ਅਸੀਂ ਕਦੀ ਨਹੀਂ ਹੋਇਆ ਕਿ ਕਿਸੇ ਨੂੰ ਲਿਖ ਹੀ ਦਈਏ ਕਿ ਜਨਾਬ ਸਾਡੀ ਪਾਕਿਸਤਾਨ 'ਚ ਸ਼ਰਾਕਤਦਾਰੀ ਹੈ। ਔਰ ਇਸ ਤੋਂ ਵੱਡੀ ਸੁਣੋ ਸ਼ਰਾਕਤਦਾਰੀ ਕੀ ਹੈ ਕਿ ਮੈਂ ਆਪਣੇ ਪਿਓ ਦਾ ਉਹਦੀ ਜਾਇਦਾਦ 'ਚ ਸ਼ਰੀਕ ਹਾਂ। ਤੁਸੀਂ ਮੈਨੂੰ ਦੱਸੋ ਇੱਥੇ ਜਨਾਬ ਆਪਣਾ 3 ਲੈਂਡ ਰਿਫਾਰਮਸ ਹੋ ਗਈਆਂ ਨੇ ਪਾਕਿਸਤਾਨ 'ਚ, ਜੀ ਠੀਕ ਹੈ। ਤੁਸੀਂ ਮੈਨੂੰ ਦੱਸੋ ਕਿ ਸਾਡਾ ਕਦੀ ਪਾਕਿਸਤਾਨ ਦੀ ਮਿਨੋਰਟੀ ਸਭ ਤੋਂ ਥੱਲੇ ਆ, ਕ੍ਰਿਸਚਨ ਸਭ ਤੋਂ ਥੱਲੇ ਨੇ ਪੰਜਾਬ 'ਚ। ਜੀ ਕਦੀ ਤੁਸੀਂ ਮੈਨੂੰ ਦੱਸੋ ਕਿ ਕਿਸੇ ਲੀਡਰ ਵੱਲੋਂ ਮੁਤਾਲਬਾ ਆਇਆ ਹੋਵੇ ਕਿ ਜਨਾਬ ਸਾਨੂੰ ਜ਼ਰਈ ਜ਼ਮੀਨਾਂ ਤੇ ਸ਼ਹਿਰੀ ਜ਼ਮੀਨਾਂ ਅਲਾਟ ਕਰੋ, ਠੀਕ ਹੈ ਨਾ। ਔਰ ਉਸੇ ਆ ਵੇਖ ਲਓ ਆ ਬਾਰਡਰ ਕ੍ਰਾਸ ਕੀਤੇ ਨੇ, ਸ਼ਹਿਰੀ ਜ਼ਮੀਨਾਂ ਵੀ ਟੱਕਰ ਗਈਆਂ ਤੇ ਸ਼ਹਿਰੀ ਆਪਣਾ ਜ਼ਰਈ ਜ਼ਮੀਨਾਂ ਵੀ ਟੱਕਰ ਗਈਆਂ, ਠੀਕ ਹੈ ਨਾ। ਤੇ ਅੱਜ ਲੋਕੀ ਕਿੱਥੇ ਬੈਠੇ ਨੇ, ਸਮਝ ਗਏ। ਔਰ ਜਿੰਨੀ ਦੇਰ ਤੱਕ ਅਸੀਂ ਸ਼ਰਾਕਤ ਦੁਆ ਵੀ ਕਰੋ, ਠੀਕ ਹੈ ਨਾ। ਪਾਕਿਸਤਾਨ 'ਚ ਰਹਿਣਾ ਤੇ ਇੱਥੇ ਅਸੀਂ ਸ਼ਰਾਕਤਦਾਰ ਹਾਂ। ਕਿਉਂ ਸ਼ਰਾਕਤਦਾਰ ਹਾਂ? ਉਹਦੀ ਵਜ੍ਹਾ ਕਿ ਅਸੀਂ ਪਾਕਿਸਤਾਨ ਦੇ ਬਣਨ ਦੇ ਵਿੱਚ ਸਾਡਾ ਕਿਰਦਾਰ ਹੈ। ਤੇ ਜਿਹਦਾ ਬਣਨ 'ਚ ਕਿਰਦਾਰ ਹੋਵੇ ਨਾ ਉਹਦੀ ਸ਼ਰਾਕਤਦਾਰੀ ਹੁੰਦੀ ਹੈ, ਮਹਾਜਰਾਂ ਦੀ ਨਹੀਂ ਹੁੰਦੀ, ਠੀਕ ਹੈ ਨਾ। ਔਰ ਅਸੀਂ ਇੱਥੇ ਦੀ ਖੂਨ ਵੀ ਦਿੱਤਾ ਵੇ, ਠੀਕ ਹੈ ਨਾ। ਔਰ ਦੇਖੋ ਤੁਸੀਂ ਇਨਸਾਫ ਦੇ ਹਵਾਲੇ ਨਾਲ ਅਗਲੀ ਗੱਲ ਵੇਖ ਲਓ, ਜਸਟਿਸ ਕਰਨੀਲੀਅਸ ਦੇ ਬਾਰੇ ਇਸ ਗੱਲ ਤੇ ਮੁਤਫਿਕ ਨੇ ਕਿ ਨਹੀਂ ਵੀ ਉਹਦੇ ਅਗਰ ਚੀਫ ਜਸਟਿਸ ਨਹੀਂ ਆਇਆ, ਇੰਝ ਹੀ ਹੈ ਨਾ, ਠੀਕ ਹੈ ਨਾ। ਹੋਰ ਅਸੀਂ ਕੀ ਕਰੀਏ? ਔਰ ਤੁਸੀਂ ਵੀ ਸਾਰੇ ਜਣੇ ਸੁਣ ਲਓ, ਅਗਰ ਅਸੀਂ ਇਹਦੇ ਤੇ ਆਪਣਾ ਰੱਦੇ ਅਮਲ ਨਾ ਦਿੱਤਾ ਕਿ ਇਹ ਕਾਨੂੰਨ ਹੋਣਾ ਚਾਹੀਦਾ, ਠੀਕ ਹੈ ਨਾ, ਤੇ ਬੜਾ ਮੁਸ਼ਕਲ ਜੇ ਕਿ ਕਾਨੂੰਨ ਬਣ ਜੇ। ਔਰ ਅਸੀਂ ਵੇਖੋ ਨਾ, ਗੱਲ ਸੁਣੋ ਮੇਰੀ, ਅਸੀਂ ਛੋਟੇ ਜਿਹੇ ਫੋਰਮ ਨੇ ਹੈ ਇੱਕ ਪ੍ਰੈਸ ਕਾਨਫਰੰਸ ਕਰਕੇ ਤੇ ਸਾਰੇ ਪਾਸੇ ਜਨਾਬ ਅੱਗ ਲੱਗ ਗਈ ਹੈ। ਉਹ ਉਧਰੋਂ ਫਲਾਣਾ ਚੀਕਣ ਡਿਆ, ਉਧਰੋਂ ਫਲਾਣਾ ਚੀਕਣ ਡਿਆ। ਇਸ ਲਈ ਸੁਣੋ, ਪੂਰੀ ਕਮਿਊਨਿਟੀ ਜਿਹੜੀ ਹੈ ਉਹਨੂੰ ਚਾਹੀਦਾ ਹੈ ਕਿ ਫੇਸਬੁੱਕ ਦਾ ਵੀ ਇਸਤੇਮਾਲ, ਸੋਸ਼ਲ ਮੀਡੀਆ ਦਾ ਇਸਤੇਮਾਲ ਐਸਾ ਕਰੋ। ਉਹ ਖੁਦਾ ਦਿਓ ਬੰਦਿਓ, ਫੇਸਬੁੱਕ 'ਤੇ ਇਹ ਲਿਖ ਕੇ ਲਾ ਦਿਓ ਕਿ ਜਨਾਬ ਸਾਨੂੰ ਇਹਦੇ ਵਾਸਤੇ ਕਾਨੂੰਨ ਸਾਜ਼ੀ ਚਾਹੀਦੀ ਹੈ, ਠੀਕ ਹੈ ਨਾ। ਕਮ ਸਨ ਬੱਚੀਆਂ ਨਾਲ ਇਹ ਜਿਹੜਾ ਹੈ ਸ਼ਾਦੀ ਹੈ ਜ਼ਿਆਦਤੀ, ਕਮ ਸਨ ਬੱਚੀਆਂ ਦੀ ਤਬਦੀਲੀ ਮਜ਼ਹਬ ਜ਼ਿਆਦਤੀ ਹੈ। ਮੈਂ ਤੁਹਾਡੇ ਇਹਦਾ ਫਾਇਦਾ ਚੁੱਕਣ ਡਿਆ ਕਿ ਤੁਸੀਂ ਨਾ, ਇੱਕ ਬੰਦਾ ਸਵੇਰੇ ਬਾਸੀਆਂ ਲੈ ਕੇ ਤਸਵੀਰ ਖਿੱਚ ਲੈਂਦਾ, ਗੁੱਡ ਮਾਰਨਿੰਗ, ਇਹਨੂੰ ਛੱਡ ਦਿਓ, ਮਿਹਰਬਾਨੀ ਹੈ। ਅੱਜ ਅਸੀਂ ਲਾਲੇ ਰੋਬਨ ਨੂੰ, ਮਨਜ਼ੂਰ ਐਂਥਨੀ ਨੂੰ ਸ਼ੁਕਰੀਆ ਵੀ ਕਹਿੰਦੇ ਆ, ਤੇ ਨਾਲ ਹੀ ਨਾਲ ਅੱਜ ਦੀ ਗੱਲ ਦੇ ਵਿੱਚ ਮੈਂ ਔਰ ਨੈਸ਼ਨਲ ਨਿਊਜ਼ ਦੇ ਪਲੇਟਫਾਰਮ ਤੋਂ ਖਾਸ ਤੌਰ ਤੇ ਜਿਹੜਾ ਨੈਸ਼ਨਲ ਨਿਊਜ਼ ਹੈ, ਨੈਸ਼ਨਲ ਨਿਊਜ਼ ਦੀ ਸਕਰੀਨ ਹੈ, ਉਹ ਤੁਹਾਨੂੰ ਦਾਵਤ ਦਿੰਦੀ ਹੈ ਕਿ ਕੋਈ ਗੱਲ ਨਹੀਂ, ਜੋ ਹੋ ਗਿਆ ਸੋ ਹੋ ਗਿਆ। ਅੱਜ ਤੋਂ ਉੱਠੋ ਔਰ ਆਪਣੀਆਂ ਬੇਟੀਆਂ, ਆਪਣੀ ਇੱਜ਼ਤ ਤੇ ਅਸੀਂ ਸਮਝ ਨਹੀਂ ਆ, ਪਰ ਜਿਹੜੀਆਂ ਦੂਜਿਆਂ ਦੀਆਂ ਬੇਟੀਆਂ ਨੇ ਉਹਨਾਂ ਨੂੰ ਵੀ ਆਪਣੀ ਇੱਜ਼ਤ ਜਾਣੀਏ ਔਰ ਪਾਕਿਸਤਾਨ ਨੂੰ ਸੱਚੀ ਮੁੱਚੀ ਜਿਨ੍ਹਾਂ ਦਾ ਪਾਕਿਸਤਾਨ ਬਣਾਈਏ। ਕਿਉਂ ਜੋ ਜੇਕਰ ਅਸੀਂ ਜਿਨ੍ਹਾਂ ਦਾ ਪਾਕਿਸਤਾਨ ਨਾ ਬਣਾ ਸਕੇ ਤੇ ਲਾਜ਼ਮੀ ਤੌਰ ਤੇ ਇਹ ਜਿਹੜਾ ਪਾਕਿਸਤਾਨ ਹੈ ਇਹ ਕਿਸੇ ਇੱਕ ਕਮਿਊਨਿਟੀ ਦੀ ਜਾਗੀਰ ਬਣ ਕੇ ਰਹਿ ਜਾਏਗਾ ਔਰ ਬਾਕੀ ਜਿਹੜੇ ਰਹਿਣ ਵਾਲੇ ਨੇ ਉਹਨਾਂ ਦਾ ਹਾਲ ਜਿਹੜਾ ਹੈ ਉਹ ਕਾਮਿਆਂ ਵਾਲਾ ਜਾਂ ਕਹਿ ਲਓ ਬਈ ਜਿਹੜਾ ਗੁਲਾਮਾਂ ਵਾਲਾ ਉਹ ਹੋ ਜਾਏਗਾ। ਸੋ ਸਾਰੇ ਉੱਠੀਏ। ਅਸੀਂ ਮੈਜੋਰਿਟੀ ਦੇ ਲੋਕ ਹਾਂ, ਜਿਹੜੇ ਜ਼ਿੰਦਾ ਦਿਮਾਗ ਲੋਕ ਨੇ, ਜਿਹੜੇ ਰੋਸ਼ਨ ਦਿਮਾਗ ਲੋਕ ਨੇ, ਉਹਨਾਂ ਨੂੰ ਵੀ ਅਸੀਂ ਦਾਵਤ ਦਿੰਦੇ ਹਾਂ। ਔਰ ਜਿਹੜੇ ਮਿਨੋਰਿਟੀ ਦੇ ਲੋਕ ਨੇ ਉਹਨਾਂ ਨੂੰ ਵੀ ਨੈਸ਼ਨਲ ਨਿਊਜ਼ ਦਾਵਤ ਦਿੰਦਾ ਹੈ ਕਿ ਆਓ ਸਾਡਾ ਮੁਕਾਲਮਾ ਕਰੋ, ਮੁਜ਼ਾਕਰਾ ਕਰੋ ਔਰ ਸਾਡੇ ਨਾਲ ਇਸ ਜਿਹੜਾ ਸਾਡੇ ਕਾਨੂੰਨੀ ਹਕੂਕ ਨੇ ਉਹਨਾਂ ਨੂੰ ਦਿਵਾਉਣ ਵਾਸਤੇ ਸਾਡਾ ਜ਼ੋਰ ਬਣੋ। ਅੱਜ ਦੀ ਗੱਲ ਨੂੰ ਇੱਥੇ ਮੁਕਾਉਂਦੇ ਹਾਂ। ਰੱਬ ਰੱਖਾ।